770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ ਤੇ ਸਤਿ ਸ੍ਰੀ ਅਕਾਲ। ਅੱਜ ਅਸੀਂ ਪਰਮਾਤਮਾ ਦੇ ਉੱਪਰ ਗੱਲਬਾਤ ਕਰਾਂਗੇ ਕਿ ਵਾਟ ਇਜ਼ ਗॉड ਜਾਂ ਹੂ ਇਜ਼ ਗॉड। ਫਿਰ ਜੇ ਪਰਮਾਤਮਾ ਹੈਗਾ ਤਾਂ ਵਾਟ ਆਰ ਦਾ ਪ੍ਰੂਫਸ ਫਾਰ ਇਟਸ ਐਗਜ਼ਿਸਟੈਂਸ। ਉਸ ਪਰਮਾਤਮਾ ਨੂੰ ਅਸੀਂ ਕਿਵੇਂ ਸਾਬਤ ਕਰ ਸਕਦੇ ਹਾਂ ਕਿ ਦੁਨੀਆ ਦੇ ਅੰਦਰ, ਇਸ ਯੂਨੀਵਰਸ ਦੇ ਅੰਦਰ ਪਰਮਾਤਮਾ ਹੈਗਾ। ਤੇ ਤੀਸਰੀ ਗੱਲ, ਤੇ ਜੇ ਉਹ ਪਰਮਾਤਮਾ ਹੈਗਾ ਤਾਂ ਉਹ ਰਹਿੰਦਾ ਕਿੱਥੇ ਹੈ ਜਾ ਕੇ ਉਹਦੇ ਨਾਲ ਕਿੱਥੇ ਹੈ ਪਹੁੰਚੀਏ। ਤੇ ਫਿਰ ਉਹਦੇ ਨਾਲ ਜੇ ਸਾਨੂੰ ਪਤਾ ਲੱਗ ਜਾਵੇ ਵੀ ਕਿੱਥੇ ਹੈ ਤੇ ਅਸੀਂ ਉਹਦੇ ਨਾਲ ਮਿਲਾਪ ਕਿਵੇਂ ਕਰਾਂਗੇ, ਕਿੱਥੇ ਕਰਾਂਗੇ ਤੇ ਕਿਵੇਂ ਕਰਾਂਗੇ। ਇਹ ਛੋਟੇ ਛੋਟੇ ਸਵਾਲ ਨੇ। ਮੈਂ ਫਿਰ ਰਿਪੀਟ ਕਰ ਦਿੰਦਾ ਕਿ ਪਰਮਾਤਮਾ ਕਹਿੰਦੇ ਕਿਹਨੂੰ ਨੇ, ਪਰਮਾਤਮਾ ਹੈਗਾ ਵੀ ਹੈ ਕਿ ਨਹੀਂ ਹੈਗਾ, ਜੇ ਹੈਗਾ ਤਾਂ ਉਹਦਾ ਕੀ ਪ੍ਰੂਫ ਹੈ, ਪਰਮਾਤਮਾ ਰਹਿੰਦਾ ਕਿੱਥੇ ਹੈ ਤੇ ਉਹਦੇ ਨਾਲ ਮਿਲਾਪ ਅਸੀਂ ਕਿੱਥੇ ਕਰਾਂਗੇ, ਕਿਵੇਂ ਕਰਾਂਗੇ ਤੇ ਕਿਉਂ ਨਹੀਂ ਹੁੰਦਾ। ਅਜਿਹੇ ਛੋਟੇ ਛੋਟੇ ਅਜਿਹੇ ਸਵਾਲ ਨੇ ਜਿਹਦੇ ਉੱਤੇ ਆਸਾਨ ਤਰੀਕੇ ਨਾਲ ਮੈਂ ਸਮਝਾਉਣ ਦੀ ਕੋਸ਼ਿਸ਼ ਕਰੂੰਗਾ, ਕਿਉਂਕਿ ਜੇ ਅਸੀਂ ਹਿੰਦੂ ਧਰਮ ਦੇ ਵਿੱਚ ਵੇਦਾਂ ਨੂੰ ਪੜ੍ਹ ਲਈਏ ਜਾਂ ਕੁਰਾਨ ਨੂੰ ਪੜ੍ਹੀਏ ਜਾਂ ਕ੍ਰਿਸਚੈਨਿਟੀ ਨੂੰ ਪੜ੍ਹੀਏ ਤਾਂ ਉਹ ਇੰਨੀਆਂ ਕੰਪਲੀਕੇਟਡ ਗੱਲਾਂ ਨੇ ਜਿਹੜੀਆਂ ਕਿ ਸਾਨੂੰ ਆਪਣੇ ਆਪ ਸਮਝ ਨਹੀਂ ਆਉਂਦੀਆਂ। ਸੋ ਇਸ ਕਰਕੇ ਭਾਵੇਂ ਉਹ ਸ਼ਬਦ ਡਿਫਰੈਂਟ ਹੁੰਦੇ ਨੇ, ਪਰ ਇਸ ਗੱਲ ਦੀ ਗਾਰੰਟੀ ਹੈ ਕਿ ਸਾਰੇ ਦੁਨੀਆ ਦੇ ਜਿੰਨੇ ਵੀ ਧਰਮ ਨੇ ਉਹਦੇ ਵਿੱਚ ਰੱਬ ਦੇ ਬਾਰੇ ਇਹ ਜਿਹੜੇ ਕੁਐਸਚਨ ਨੇ ਸਾਰਿਆਂ ਦਾ ਜਵਾਬ ਇੱਕੋ ਹੀ ਹੈ। ਭਾਵੇਂ ਉਹ ਲੈਂਗੁਏਜ ਡਿਫਰੈਂਟ ਹੋ ਸਕਦੀ ਹੈ, ਉਹ ਐਗਜ਼ਾਮਪਲਾਂ ਡਿਫਰੈਂਟ ਹੋ ਸਕਦੀਆਂ ਨੇ, ਪਰ ਜੇ ਅਸੀਂ ਉਹਨੂੰ ਠੰਡੇ ਦਿਲ ਨਾਲ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਸਭ ਦੀ ਇੱਕੋ ਹੀ ਫਿਲਾਸਫੀ ਹੈ, ਇੱਕੋ ਹੀ ਗੱਲ ਹੈ। ਸੋ ਪਹਿਲੀ ਗੱਲ ਆਪਾਂ ਗੱਲ ਕਰਦੇ ਹਾਂ ਕਿ ਵਾਟ ਇਜ਼ ਗॉड ਜਾਂ ਹੂ ਇਜ਼ ਗॉड। ਗॉड GOD, ਤਿੰਨ ਸ਼ਬਦ ਨਹੀਂ ਨਾ, GOD। ਜੀ ਦਾ ਮਤਲਬ ਹੁੰਦਾ ਗਿਵਰ, ਦੇਣ ਵਾਲਾ। ਪਰਮਾਤਮਾ ਹਮੇਸ਼ਾ ਦਿੰਦਾ, ਲੈਂਦਾ ਨਹੀਂ ਕੁਝ ਵੀ, ਦਿੰਦਾ ਹੀ ਹੈ। ਦੁਨੀਆ ਦੇ ਬਾਕੀ ਜਿੰਨੀਆਂ ਵੀ ਚੀਜ਼ਾਂ ਨੇ ਉਹਨਾਂ ਉਹ ਸਾਥੋਂ ਲੈਂਦੀਆਂ ਨੇ ਫਿਰ ਵਾਪਸ ਦਿੰਦੀਆਂ ਨੇ। ਜੇ ਧਰਤੀ ਦੀ ਵੀ ਐਗਜ਼ਾਮਪਲ ਲਈਏ, ਧਰਤੀ 'ਚ ਪਹਿਲਾਂ ਬੀਜ ਪਾਉਣੇ ਆ ਫਿਰ ਉਹ ਸਾਨੂੰ ਫਲ ਫੁੱਲ ਦਿੰਦਾ, ਪਰ ਪਰਮਾਤਮਾ ਸਿਰਫ ਦਿੰਦਾ ਹੀ ਦਿੰਦਾ। ਫਿਰ ਦੂਜੀ ਗੱਲ ਆ ਉਹ ਮੀਨਸ ਓਪਰੇਟਰ। ਓਪਰੇਟਰ ਦਾ ਮਤਲਬ ਇਹ ਹੈ ਕਿ ਜਿਹੜੀਆਂ ਚੀਜ਼ਾਂ ਉਹਨੇ ਦਿੱਤੀਆਂ ਨੇ, ਜੋ ਪੈਦਾ ਕੀਤੀਆਂ ਨੇ, ਉਹਨਾਂ ਨੂੰ ਚਲਾਉਂਦਾ ਵੀ ਉਹੀ ਹੈ, ਦੇਖ ਰੇਖ ਵੀ ਉਹੀ ਕਰਦਾ ਹੈ। ਜੇ ਕੋਈ ਬੂਟੇ ਨੇ ਕਦੋਂ ਵੱਡੇ ਹੋਣੇ ਨੇ, ਕਦੋਂ ਛੋਟੇ ਹੋਣੇ ਨੇ, ਮਾਂ ਦੇ ਗਰਭ 'ਚ ਹੈ ਬੱਚਾ ਕਿਵੇਂ ਵੱਡਾ ਹੋਣਾ ਹੈ, ਕਦੋਂ ਬਾਹਰ ਆਉਣਾ ਹੈ ਜੀ, ਸਮੁੰਦਰ ਕਿਵੇਂ ਹੈ, ਪਾਣੀ ਕਿਵੇਂ ਹੈ, ਸੂਰਜ ਦੀ ਗਰਮੀ ਕਦੋਂ ਆਉਣੀ ਹੈ, ਕਿਵੇਂ ਆਉਣੀ ਹੈ, ਇਹ ਸਾਰੀ ਓਪਰੇਟ ਵੀ ਉਹੀ ਕਰਦਾ, ਉਹ ਤਾਕਤ। ਤੀਸਰੀ ਗੱਲ ਹੈ ਡਿਸਟਰੋਇਰ, ਫਿਰ ਉਹ ਖਤਮ ਵੀ ਕਰਦਾ, ਨਾਸ਼ ਵੀ ਕਰਦਾ। ਸੋ ਜਿਹੜੀਆਂ ਤਿੰਨ ਚੀਜ਼ਾਂ ਨੇ, ਗਿਵਰ, ਓਪਰੇਟਰ ਐਂਡ ਡਿਸਟਰੋਇਰ, ਇਹ ਤਿੰਨਾਂ ਨੂੰ ਮਿਲਾ ਕੇ ਉਹ ਪਾਵਰ ਨੂੰ, ਉਹ ਗੁਣਾਂ ਨੂੰ ਅਸੀਂ ਗॉड ਕਹਿੰਦੇ ਹਾਂ। ਸੋ ਪਰਮਾਤਮਾ ਦੇ ਬੇਸਿਕਲੀ ਇਹ ਤਿੰਨ ਗੁਣ ਹੁੰਦੇ ਨੇ ਕਿ ਪੈਦਾ ਕਰਨ ਵਾਲਾ ਜਿਹੜਾ ਹੈਗਾ ਉਹ ਪਰਮਾਤਮਾ ਹੈ, ਗਿਵਰ ਹੈ ਤੇ ਨਾਲ ਹੀ ਉਹ ਓਪਰੇਟ ਕਰ ਰਿਹਾ ਤੇ ਨਾਲ ਹੀ ਡਿਸਟਰੋਏ ਕਰ ਰਿਹਾ। ਇੱਕ ਗੱਲ ਮੈਂ ਹੋਰ ਗੱਲ ਕਲੀਅਰ ਕਰ ਦਿਆਂ, ਦੁਨੀਆ ਦੇ ਵਿੱਚ ਹਰ ਚੀਜ਼ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਕਿਸੇ ਦੇ ਥਰੂ ਪੈਦਾ ਹੁੰਦੀ ਹੈ। ਅਸੀਂ ਪੈਦਾ ਹੋਏ, ਸਾਡੇ ਮਾਂ-ਬਾਪ ਨੇ ਪੈਦਾ ਕੀਤਾ, ਪਰ ਪਰਮਾਤਮਾ ਇੱਕੋ ਇੱਕ ਜਿਹੀ ਚੀਜ਼ ਹੈ, ਉੱਥੇ ਮੈਂ ਪ੍ਰੂਫ ਦੇ ਵਿੱਚ ਗੱਲ ਕਰੂੰਗਾ, ਜਿਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਔਰ ਇੱਕ ਕੁਦਰਤ ਦਾ ਨਿਯਮ ਹੈ ਵੀ ਜੇ ਕਿਸੇ ਨੂੰ ਪੈਦਾ ਕੀਤਾ ਉਹਦਾ ਇੱਕ ਨਾ ਇੱਕ ਦਿਨ ਅੰਤ ਵੀ ਜ਼ਰੂਰ ਹੋਏਗਾ, ਉਹਨੇ ਮਰਨਾ ਵੀ ਜ਼ਰੂਰ ਹੈ। ਪਰ ਜਿਹਨੂੰ ਪੈਦਾ ਹੀ ਨਹੀਂ ਕੀਤਾ, ਜਿਹਨੂੰ ਪੈਦਾ ਹੀ ਕਿਸੇ ਨੇ ਨਹੀਂ ਕੀਤਾ ਤੇ ਉਹਨੇ ਫਿਰ ਮਰਨਾ ਕਿਵੇਂ ਹੈ? ਉਹ ਮਰਦਾ ਨਹੀਂ। ਸੋ ਇਸ ਕਰਕੇ ਕਈ ਗੱਲਾਂ ਸਾਨੂੰ ਕਨਫਿਊਜ਼ਡ ਹੋ ਜਾਂਦੀਆਂ। ਜਿਵੇਂ ਜਪਜੀ ਸਾਹਿਬ ਦੇ ਵਿੱਚ ਅਸੀਂ ਗੱਲ ਕਹਿੰਦੇ ਨਾ, ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ। ਅੱਗੇ ਜਿਹੜਾ ਸ਼ਬਦ ਆ ਉਹ ਸਹਿਮ ਹੈ, ਤੁਸੀਂ ਦੇਖ ਲਓ ਬੇਸ਼ੱਕ ਖੋਲ ਕੇ ਜਪਜੀ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਨੂੰ। ਸੱਸਾ ਉੱਪਰ ਦੋ ਦਲਾਈਆਂ, ਭੱਬਾ ਉੱਪਰ ਟਿੱਪੀ, ਸਹਿ ਭੰਗ ਲੋਕ ਪੜ੍ਹਦੇ ਨੇ। ਸਹਿ ਭੰਗ ਦਾ ਮਤਲਬ ਵੀ ਉਹ ਆਪਣੇ ਆਪ ਹੀ ਮਰੂਗਾ, ਦੂਜਾ ਨਹੀਂ ਮਾਰ ਸਕਦਾ। ਨਹੀਂ, ਸਹਿਮ ਦਾ ਮਤਲਬ ਹੈ ਕਿ ਉਹ ਆਪਣੇ ਆਪ ਹੀ ਪੈਦਾ ਹੋਇਆ। ਜਦੋਂ ਪੈਦਾ ਹੀ ਆਪਣੇ ਆਪ ਹੋਇਆ ਤਾਂ ਫਿਰ ਕੁਐਸਚਨ ਹੀ ਨਹੀਂ ਪੈਦਾ ਹੁੰਦਾ ਉਹਦੀ ਡੈਥ ਦਾ। ਸੋ ਪਰਮਾਤਮਾ ਦੀ ਖਾਸੀਅਤ ਹੈ ਇਹ, ਅਲਟੀਮੇਟ ਵਾਹਿਗੁਰੂ ਦੀ ਇਹ ਖਾਸੀਅਤ ਹੈ, ਖੁਦਾ ਦੀ ਖਾਸੀਅਤ ਹੈ ਕਿ ਉਹ ਆਪਣੇ ਆਪ ਪੈਦਾ ਹੋਇਆ। ਸੋ ਜਦੋਂ ਵੀ ਅਸੀਂ ਪੜ੍ਹੀਏ, ਧਿਆਨ ਨਾਲ ਪੜ੍ਹੀਏ, ਦੇਖ ਕੇ ਪੜ੍ਹੀਏ। ਇਹ ਨਹੀਂ ਵੀ ਮੇਰੇ ਬਾਪੂ ਜੀ ਕੀ ਕਹਿੰਦੇ ਸੀ, ਫਲਾਣੇ ਕੀ ਕਹਿੰਦੇ ਸੀ, ਭਾਈ ਜੀ ਕੀ ਕਹਿੰਦੇ ਸੀ। ਬੁੱਕ ਆਪਣੇ ਕੋਲ ਸਾਹਮਣੇ ਆ, ਗੁਰੂ ਗ੍ਰੰਥ ਸਾਹਿਬ ਆਪਣੇ ਕੋਲ ਸਾਹਮਣੇ ਆ, ਜੋ ਸੀਸ ਝੁਕਾਉਣੇ ਆ, ਕੱਲੇ ਅੱਖਰ ਨੂੰ ਸਮਝੋ, ਕਿਉਂਕਿ ਨਹੀਂ ਤਾਂ ਕੰਟਰਾਡਿਕਸ਼ਨ ਹੋ ਜਾਂਦੀ ਹੈ। ਇਹ ਇੱਕ ਸਪਿਰਿਚੁਅਲਿਟੀ ਦੀ ਫੰਡਾਮੈਂਟਲ ਚੀਜ਼ ਹੈ ਕਿ ਜਿਹੜੀ ਚੀਜ਼ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਉਹ ਮਰਦੀ ਨਹੀਂ, ਤੇ ਜਿਹਨੂੰ ਪੈਦਾ ਕੀਤਾ ਉਹ ਮਰੂਗੀ। ਸੋ ਪਰਮਾਤਮਾ, ਅੱਲਾ, ਵਾਹਿਗੁਰੂ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਉਹ ਆਪਣੇ ਆਪ ਪੈਦਾ ਹੋਇਆ, ਇਸ ਕਰਕੇ ਉਹਦੇ ਮਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਸੋ ਹੁਣ ਗੱਲ ਹੈਗੀ ਕਿ ਜੇ ਆਪਾਂ ਹਿੰਦੂ ਧਰਮ ਨੂੰ ਦੇਖਿਆ ਜਾਵੇ
ਕਿ ਹਿੰਦੂ ਧਰਮ ਕੀ ਕਹਿੰਦਾ ਰੱਬ ਦੇ ਬਾਰੇ, ਕਿ ਹੀ ਇਜ਼ ਦਾ ਕ੍ਰੀਏਟਰ ਆਫ ਦਿਸ ਯੂਨੀਵਰਸ। ਸਾਰੀ ਜਿਹੜੀ ਯੂਨੀਵਰਸ ਹੈ, ਕਾਇਨਾਤ ਹੈ, ਉਹਨੂੰ ਪੈਦਾ ਕਰਨ ਵਾਲਾ ਪਰਮਾਤਮਾ ਹੈ। ਮੈਂ ਸਿੰਪਲ ਜਿਹੇ ਤਰੀਕੇ ਨਾਲ ਕਿਹਾ ਵੀ ਉਹ ਇੱਕ ਤਾਕਤ ਹੈ, ਇੱਕ ਉਹ ਪਰਮਾਤਮਾ ਜਿਹਨੇ ਸਾਰੀ ਕਾਇਨਾਤ ਨੂੰ ਪੈਦਾ ਕੀਤਾ, ਤੇ ਉਹ ਕਦੇ ਉਹਦੀ ਡੈਥ ਨਹੀਂ ਹੋਣੀ, ਕਿਉਂਕਿ ਉਹਨੂੰ ਪੈਦਾ ਹੀ ਕਿਸੇ ਨੇ ਨਹੀਂ ਕੀਤਾ, ਉਹ ਆਪਣੇ ਆਪ ਹੀ ਪੈਦਾ ਹੋਇਆ। ਹੁਣ ਪਰਮਾਤਮਾ ਦੇ ਬਾਰੇ ਦੁਨੀਆ ਦੇ ਜਿੰਨੇ ਵੀ ਧਰਮ ਨੇ ਜਾਂ ਜਿਹੜੇ ਆਮ ਲੋਕ ਵੀ ਨੇ, ਉਹਨਾਂ ਦਾ ਵਿਸ਼ਵਾਸ ਕੀ ਹੈ? ਮੇਰਾ ਖੁਦ ਵੀ ਇਹੀ ਵਿਸ਼ਵਾਸ ਸੀਗਾ, ਜਦੋਂ ਛੋਟੇ ਹੁੰਦੇ ਸੀਗੇ ਉਦੋਂ ਇਹੀ ਵਿਸ਼ਵਾਸ ਹੁੰਦਾ ਸੀਗਾ ਕਿ ਬਾਹਲੇ ਲੋਕ ਕੀ ਸੋਚਦੇ ਨੇ ਵੀ ਉਹ ਬਹੁਤ ਵੱਡਾ, ਬਹੁਤ ਵੱਡੀ ਸਰੀਰ ਦਾ ਤਕੜਾ ਜਿਹਾ ਪਹਿਲਵਾਨ ਹੋਊ, ਦਾਰਾ ਸਿੰਘ ਵਰਗਾ ਹੋਊ, ਦਾਰਾ ਸਿੰਘ ਤੋਂ ਵੀ ਵੱਡਾ ਹੋਊਗਾ, ਵੀ ਉਹਦਾ ਪਤਾ ਨਹੀਂ ਕਿੱਡਾ ਸਰੀਰ ਹੋਊਗਾ। ਇਹ ਆਮ ਲੋਕ ਸੋਚਦੇ ਨੇ। ਫਿਰ ਉਹਦੇ ਹੋਊਗਾ ਵੀ ਹੱਥ ਵਿੱਚ ਜਾਂ ਤੀਰ ਕਮਾਨ ਫੜਿਆ ਹੋਊਗਾ, ਜਾਂ ਤਰਸ਼ੂਲ ਫੜਿਆ ਹੋਊਗਾ, ਜਾਂ ਸੁਦਰਸ਼ਨ ਚੱਕਰ ਹੋਊਗਾ, ਜਾਂ ਗੱਦਾ ਹੋਊਗਾ, ਜਾਂ ਉਹ ਹਾਥੀ ਤੇ ਚੜਿਆ ਹੋਊਗਾ, ਜਾਂ ਸ਼ੇਰ ਤੇ, ਘੋੜੇ ਤੇ, ਬਲਦ ਤੇ, ਜਾਂ ਫਿਰ ਕਿੱਥੇ ਹੋਊਗਾ? ਜੰਗਲਾਂ 'ਚ ਹੋਊਗਾ, ਪਹਾੜਾਂ 'ਚ ਹੋਊਗਾ, ਪਾਣੀਆਂ 'ਚ ਹੋਊਗਾ, ਸਰੋਵਰਾਂ 'ਚ ਹੋਊਗਾ। ਇਹ ਸਾਡਾ ਆਮ ਲੋਕਾਂ ਦਾ ਕਨਸੈਪਟ ਹੈ। ਇਸੇ ਕਰਕੇ ਅਸੀਂ ਰੱਬ ਨੂੰ ਲੱਭਣ ਲਈ ਕਿਤੇ ਹਰਿਦੁਆਰ ਜਾਂਦੇ ਹਾਂ, ਕਿਤੇ ਮਥੁਰਾ ਵਰਿੰਦਾਵਨ ਜਾਂਦੇ ਹਾਂ, ਕਿਤੇ ਜੰਗਲਾਂ ਵਿੱਚ ਭੜਕ ਜਾਂਦੇ ਹਾਂ, ਹਾਂਜੀ। ਕਦੇ ਅਸੀਂ ਦੇਖਦੇ ਹਾਂ ਵੀ ਹਾਥੀ ਦੀ ਸਵਾਰੀ ਆ ਉਹਦੀ, ਜਾਂ ਸ਼ੇਰ ਦੀ ਸਵਾਰੀ ਹੈ, ਘੋੜੇ ਦੀ ਹੈ, ਬਲਦ ਦੀ ਹੈ, ਹਾਂਜੀ। ਸੋ ਇਸ ਤਰ੍ਹਾਂ ਹੀ ਸੋਚਦੇ ਹਾਂ ਵੀ ਤਕੜਾ ਜਾਊਗਾ, ਜਿਵੇਂ ਕ੍ਰਿਸ਼ਨ ਜੀ ਦੀ ਦਿਮਾਗ 'ਚ ਪਿਕਚਰ ਆ ਜਾਂਦੀ ਹੈ, ਸੁਦਰਸ਼ਨ ਚੱਕਰ ਹੈ, ਜਾਂ ਤੀਰ ਕਮਾਨ ਰਾਮਚੰਦਰ ਜੀ ਵਾਂਗੂ ਪਕੜਿਆ ਵਾ, ਜਾਂ ਹਨੂੰਮਾਨ ਜੀ ਵਾਂਗੂ ਗੱਦਾ ਪਕੜਿਆ, ਜਾਂ ਲਕਸ਼ਮੀ ਵਾਂਗੂ ਉਹ ਸ਼ੇਰ ਦੀ ਸਵਾਰੀ ਕਰਦੀ ਹੈ। ਸੋ ਇਹ ਸਾਡੇ ਦਿਮਾਗ ਦੇ ਵਿੱਚ ਗੱਲਾਂ ਬਣੀਆਂ ਹੋਈਆਂ, ਦਿਮਾਗ 'ਚ ਵੜ ਗਈਆਂ, ਇਮੇਜ ਬੜਿਆ ਕਿ ਇਹਨੂੰ ਰੱਬ ਕਹਿੰਦੇ ਨੇ। ਜਦੋਂ ਕਿ ਰੱਬ ਜਿਹੜਾ ਹੈਗਾ ਨਾ, ਦਾ ਰੀਅਲ ਨੇਮ ਆਫ ਗੋਡ, the real name of God can neither be spoken by tongue। ਆ ਜੀਵ ਦੇ ਨਾਲ ਅਸੀਂ ਪਰਮਾਤਮਾ ਨੂੰ ਨਹੀਂ ਬੋਲ ਸਕਦੇ ਵੀ ਉਹ ਰਾਮ ਰਾਮ, ਹਰੇ ਹਰੇ, ਕ੍ਰਿਸ਼ਨਾ ਕ੍ਰਿਸ਼ਨਾ, ਵਾਹਿਗੁਰੂ, ਅੱਲਾ, ਇਹ ਜੀਵ ਨਾਲ ਨਹੀਂ ਬੋਲ ਸਕਦੇ। the real ਕਿਹਾ ਮੈਂ, the real name of God can neither be spoken by tongue nor heard by physical ears। ਨਾ ਹੀ ਉਹ ਕੰਨਾਂ ਦੇ ਨਾਲ ਜਿਹੜਾ ਮਰਜ਼ੀ ਬੋਲੀ ਚੱਲੇ ਉਹ ਪਰਮਾਤਮਾ ਸੁਣ ਸਕਦਾ ਹੈ। only the inner eyes see this divine melody। ਜੇ ਦੇਖਣਾ ਹੈ ਪਰਮਾਤਮਾ ਨੂੰ ਜਾਂ ਸੁਣਨਾ ਪਰਮਾਤਮਾ ਨੂੰ, ਤਾਂ ਉਹ ਅੰਦਰਲੇ ਕੰਨ ਹੋਣੇ ਚਾਹੀਦੇ ਨੇ ਤੇ ਅੰਦਰਲੀਆਂ ਅੱਖਾਂ ਹੋਣੀਆਂ ਚਾਹੀਦੀਆਂ, ਜਿਹਦੇ ਨਾਲ ਸਾਨੂੰ ਉਹ ਪਰਮਾਤਮਾ ਦੀ ਜਿਹੜੀ ਆਵਾਜ਼, ਉਹਦੇ ਨਾਲ ਗੱਲਬਾਤ ਕਰ ਸਕਦੇ ਹਾਂ, ਉਹਦੇ ਪ੍ਰਕਾਸ਼ ਨੂੰ ਦੇਖ ਸਕਦੇ ਹਾਂ। ਸੋ ਕਹਿਣ ਦਾ ਪਰਪਸ ਇਹ ਹੈ ਕਿ ਪਰਮਾਤਮਾ ਨੂੰ ਜੇ ਐਕਸਪਲੇਨ ਕਰਨਾ ਹੋਵੇ ਕਿ ਪਰਮਾਤਮਾ ਕੀ ਹੈ, ਇਟਸ ਏ ਅਨਰਿਟਨ ਲੈਂਗੁਏਜ ਐਂਡ ਇਟਸ ਏ ਅਨਰਿਟਨ ਲੈਂਗੁਏਜ ਐਂਡ ਅਨਸਪੋਕਨ ਲੈਂਗੁਏਜ। ਨਾ ਹੀ ਅਸੀਂ ਬੋਲ ਸਕਦੇ ਹਾਂ, ਨਾ ਹੀ ਅਸੀਂ ਉਹਨੂੰ ਲਿਖ ਸਕਦੇ ਹਾਂ ਕਿ ਪਰਮਾਤਮਾ ਕਿਹੋ ਜਿਹਾ ਹੁੰਦਾ ਹੈ। ਕਿਉਂ? ਕਿਉਂਕਿ ਪਰਮਾਤਮਾ ਇੱਕ ਪਾਵਰ ਹੈ। ਪਾਵਰ ਹੈ। ਪਾਵਰ ਕਿਸ ਤਰ੍ਹਾਂ ਦੀ ਹੈ? ਦੇਖੋ ਹੁਣ ਮੈਂ ਇਸ ਰੇਡੀਓ ਸਟੇਸ਼ਨ ਤੇ ਬੈਠਾ, ਇਮਾਨਦਾਰੀ ਨਾਲ, ਤੁਸੀਂ ਆਪਣੇ ਘਰੇ ਬੈਠੇ ਹੋ, ਜਿੱਥੇ ਹੀ ਬੈਠੇ ਹੋ, ਸੋਚ ਕੇ ਦੇਖੋ ਤੁਹਾਡੇ ਸਿਰ ਦੇ ਉੱਤੇ ਇੱਕ ਬੱਲਬ ਹੈ, ਕਦੇ ਹੋ ਸਕਦਾ ਟਿਊਬ ਹੋਵੇ, ਆ ਮੇਰੇ ਮੂਹਰੇ ਮਾਈਕ੍ਰੋਫੋਨ ਹੈ, ਤੇ ਆ ਸਾਹਮਣੇ ਕੈਮਰਾ ਚੱਲ ਰਿਹਾ, ਤੇ ਨਾਲ ਮੇਰੇ ਕੋਲ ਲੈਪਟਾਪ ਰੱਖਿਆ ਹੋਇਆ, ਹਾਂਜੀ, ਤੇ ਸਿਰ ਤੇ ਹੈੱਡਫੋਨ ਲੱਗਿਆ ਹੋਇਆ, ਤੇ ਉਹ ਸਾਹਮਣੇ ਲਾਲ ਜੀ ਲਾਈਟ ਚੱਲ ਰਹੀ ਹੈ, ਉਹ ਇੱਕ ਗ੍ਰੀਨ ਜੀ ਲਾਈਟ ਚੱਲ ਰਹੀ ਹੈ। ਇਹ ਜਿਹੜੀਆਂ ਅਲੱਗ-ਅਲੱਗ ਚੀਜ਼ਾਂ ਨੇ, ਪਰ ਸਾਰਿਆਂ ਨੂੰ ਪੈਦਾ ਕਿਹਨੇ ਕੀਤਾ? ਇੱਕ ਬਿਜਲੀ ਨੇ ਪੈਦਾ ਕੀਤਾ। ਸਾਰੇ ਬਿਜਲੀ ਨਾਲ ਕਨੈਕਸ਼ਨ ਨੇ, ਤੇ ਉਹ ਬਿਜਲੀ ਦਾ ਕਨੈਕਸ਼ਨ ਇੱਕ ਆਪਣੇ ਟਰਾਂਸਫਾਰਮਰ ਨਾਲ, ਟਰਾਂਸਫਾਰਮਰ ਦਾ ਅੱਗੇ ਜਾ ਕੇ ਟਰਾਂਸਫਾਰਮਰ। ਇਸੇ ਤਰ੍ਹਾਂ ਹੀ ਭਾਵੇਂ ਸਾਨੂੰ ਦੇਖਣ ਨੂੰ ਮੈਨੂੰ ਕੈਮਰਾ ਲੱਗਦਾ, ਮਾਈਕ੍ਰੋਫੋਨ ਲੱਗਦਾ, ਉਹ ਸਾਹਮਣੇ ਟਿਊਬ ਲੱਗਦੀ ਹੈ, ਉਹ ਬੱਲਬ ਲੱਗਦਾ, ਉਹ ਗ੍ਰੀਨ ਜੀ ਲਾਈਟ ਆਉਂਦੀ ਹੈ, ਪਰ ਭਾਵੇਂ ਦੇਖਣ ਨੂੰ ਵੱਖ-ਵੱਖ ਨੇ, ਪਰ ਸਾਰਿਆਂ ਦਾ ਜਿਹੜੀ ਬੇਸ ਹੈ ਉਹ ਹੈਗੀ ਲਾਈਟ, ਪਾਵਰ। ਇਸੇ ਤਰ੍ਹਾਂ ਹੀ ਜਿਹੜੀ ਪਰਮਾਤਮਾ ਦੀ ਗੱਲ ਕਰਦੇ ਆ, ਉਹ ਇੱਕ ਪਾਵਰ ਦਾ ਨਾਮ ਹੈ। ਪਾਵਰ ਕਿਸ ਤਰ੍ਹਾਂ ਦੀ ਹੈ ਕਿ ਉਹਦੇ ਵਿੱਚ ਦੋ ਗੁਣ ਹੁੰਦੇ ਨੇ, ਇੱਕ ਲਾਈਟ ਹੁੰਦੀ ਹੈ, ਇੱਕ ਸਾਊਂਡ ਹੁੰਦਾ ਹੈ। ਲਾਈਟ ਤੇ ਸਾਊਂਡ ਦੋਨਾਂ ਤੋਂ ਪਰਮਾਤਮਾ ਬਣਿਆ। ਲਾਈਟ ਕੀ ਹੈ? ਜਦੋਂ ਤੁਸੀਂ ਅੱਖਾਂ ਦੇ ਨਾਲ ਕਿਤੇ, ਪਹਿਲਾਂ ਹੁਣ ਮੈਂ ਤੁਹਾਨੂੰ ਕਿਵੇਂ ਸੁਣਾਵਾਂ, ਆਪਾਂ ਕਈ ਵਾਰੀ ਗੁਰਦੁਆਰਾ ਸਾਹਿਬ 'ਚ ਜਾਂਦੇ ਹਾਂ, ਮੰਦਿਰ 'ਚ ਜਾਂਦੇ ਹਾਂ, ਮਸਜਿਦ ਜਾਂਦੇ ਹਾਂ, ਉੱਥੇ ਜਦੋਂ ਕੀਰਤਨ ਚੱਲਦਾ ਜਾਂ ਕੋਈ ਗੌਡ ਦੇ ਗਾਣੇ ਚੱਲਦੇ ਨੇ, ਸਾਡੀਆਂ ਆਟੋਮੈਟਿਕਲੀ ਅੱਖਾਂ ਮੀਚੇ ਨੇ, ਸਾਨੂੰ ਆਨੰਦ ਆਉਂਦਾ ਉਹ ਤੋਂ ਹੁੰਦਾ। ਐਸੇ ਤਰ੍ਹਾਂ ਹੀ ਜੋ ਕੰਨਾਂ 'ਚ ਹੁੰਦੀ ਹੈ, ਫਿਰ ਅਸੀਂ ਕੰਨ ਵੀ ਬੰਦ ਕਰਕੇ ਸੁਣਦੇ ਹਾਂ, ਉਹ ਲੁਤਫ ਅਲੱਗ ਆਉਂਦਾ। ਸੋ ਉਹ ਜਿਹੜੀ ਮੈਲੋਡੀ ਹੈ, ਜਿਹਦੇ ਵਿੱਚ ਲਾਈਟ ਵੀ ਹੈ ਤੇ ਸਾਊਂਡ ਵੀ ਹੈ, ਉਹਨੇ ਹੀ ਕੁੱਲ ਕਾਇਨਾਤ ਨੂੰ ਪੈਦਾ ਕੀਤਾ। ਸੋਚ ਕੇ ਦੇਖ ਲਓ, ਜੇ ਅਸੀਂ ਜਿਹੜੇ ਬੰਦੇ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ 1469 ਦੇ ਵਿੱਚ ਪੈਦਾ ਹੋਏ, ਕਹਿੰਦੇ ਨਹੀਂ ਹੈਗੇ, ਹਕੀਕਤ ਹੈ। ਇਹਦਾ ਮਤਲਬ ਉਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਕਹਿਣਾ ਸ਼ੁਰੂ ਕਰਤਾ, ਇਹਦਾ ਮਤਲਬ 1469 ਤੋਂ ਪਹਿਲਾਂ ਪਰਮਾਤਮਾ ਨਹੀਂ ਸੀਗਾ। ਮੁਹੰਮਦ ਸਾਹਿਬ ਆਏ ਨੂੰ 2000 ਸਾਲ ਹੋ ਗਏ, ਉਸ ਤੋਂ ਪਹਿਲਾਂ ਕਿਤੇ ਅੱਲਾ ਨਹੀਂ ਸੀਗਾ। ਜੀਸਸ ਕ੍ਰਾਈਸਟ ਨੂੰ ਹੋਰ ਪਹਿਲਾਂ ਹੋ ਗਏ, ਉਸ ਤੋਂ ਪਹਿਲਾਂ ਕਦੇ ਕ੍ਰਾਈਸਟ ਜਾਂ ਵਰਡ ਨਹੀਂ ਸੀ, ਗੋਡ ਨਹੀਂ ਸੀਗਾ। ਰਾਮਚੰਦਰ ਜੀ, ਕ੍ਰਿਸ਼ਨ ਜੀ, ਉਸ ਤੋਂ ਪਹਿਲਾਂ ਵੀ ਪਰਮਾਤਮਾ ਸੀ। ਪਰਮਾਤਮਾ ਹੈ ਕੀ? ਪਰਮਾਤਮਾ ਇੱਕ ਤਾਕਤ ਨੂੰ ਕਹਿੰਦੇ ਨੇ। ਜਿਸ ਤਰ੍ਹਾਂ ਸਾਡਾ ਇਹ ਸਰੀਰ ਹੈ ਨਾ ਜੀ, ਸਰੀਰ ਦੇ ਵਿੱਚ ਕੀ ਹੈ ਕਿ
150 ਕਿਲੋ 150 ਪਾਉਂਡ ਦਾ ਹੋਊ, 200 ਪਾਉਂਡ ਦਾ ਹੋਊਗਾ ਸਰੀਰ, ਪਰ ਇਹਦੇ ਵਿੱਚ ਇੱਕ ਕਰੰਟ ਹੈ। ਜਿਸ ਤਰ੍ਹਾਂ ਤਾਰਾਂ ਮੇਰੇ ਕੋਲ ਪਈਆਂ, ਤਾਰਾਂ ਕੁਝ ਨਹੀਂ ਕਹਿੰਦੀਆਂ, ਤਾਰਾਂ ਦੇ ਵਿੱਚ ਇੱਕ ਕਰੰਟ ਨਿਕਲ ਰਿਹਾ, ਉਹ ਕਰੰਟ ਜਿਹਦੇ ਵਿੱਚ ਹੈ ਲਾਈਟ ਤੇ ਸਾਊਂਡ, ਉਸ ਤਾਕਤ ਨੂੰ ਆਪਾਂ ਪਰਮਾਤਮਾ ਕਹਿੰਦੇ ਹਾਂ, ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ ਹੈ। ਜਿਹੜਾ ਪਰਮਾਤਮਾ ਹੈ ਉਹ ਧੁਨਾਤਮਕ ਵੀ ਹੈ, ਵਰਨਾਤਮਕ ਹੈ। ਧੁਨ ਮੀਨ ਸਾਊਂਡ, ਪਰ ਉਹ ਸਾਊਂਡ ਸੁਣੂਗੀ ਕਿਵੇਂ, ਉਹ ਪ੍ਰਕਾਸ਼ ਦਿਸੂਗਾ ਕਿਵੇਂ, ਉਹਨੂੰ ਦੇਖਣ ਦੇ ਲਈ ਸਾਨੂੰ ਜਿਹੜੀ ਦੁਨਿਆਵੀ ਭਾਸ਼ਾ ਦੀ ਵਰਤੋਂ ਕਰਨੀ ਪੈਂਦੀ ਹੈ। ਜਿਵੇਂ ਆਪਾਂ ਕਹਿ ਦਈਏ ਨਾਂ ਲਵਾਂਗੇ ਹੌਲੀ ਹੌਲੀ, ਜਿਵੇਂ ਆਪਾਂ ਕਹੇ ਗੁੜ ਖਾਣਾ ਜੀ, ਚੀਨੀ ਖਾਣੀ ਆ ਜੀ, ਆਪਾਂ ਔਰੰਜ ਜੂਸ ਪੀਣਾ ਜੀ, ਉਹ ਜੂਸ ਉਹ ਨਾਂ ਰੱਖਤਾ, ਪਰ ਸਵਾਦ ਕਦੋਂ ਆਊਗਾ, ਜਦੋਂ ਪੀਵਾਂਗੇ। ਉਹ ਜਦੋਂ ਮੂੰਹ ਨਾਲ ਸਿਪ ਕਰਕੇ ਅੰਦਰ ਲੰਘਾਵਾਂਗੇ, ਫਿਰ ਸਾਨੂੰ ਪਤਾ ਲੱਗੂ ਵੀ ਇਹ ਗੁੜ ਹੈ, ਇਹ ਖੰਡ ਹੈ, ਇਹ ਔਰੰਜ ਜੂਸ ਹੈ, ਹਾਂਜੀ, ਇਹ ਹਰੀਆਂ ਮਿਰਚਾਂ ਨੇ, ਜਦੋਂ ਜੀ ਕਰਦੇ ਆ ਆਪਾਂ। ਸੋ ਇਸ ਕਰਕੇ ਬਾਹਰ ਜਿਹੜੀਆਂ ਚੀਜ਼ਾਂ ਨੇ ਉਹਦੇ ਨਾਂ ਰੱਖੇ ਹੋਏ ਨੇ, ਤੇ ਜਦੋਂ ਉਸ ਨਾਂ ਨੂੰ ਅਸੀਂ ਅਮਲੀ ਜਾਮਾ ਪਹਿਨਾਉਂਦੇ ਹਾਂ, ਪ੍ਰੈਕਟੀਕਲ ਕਰਦੇ ਹਾਂ, ਤੇ ਉਹਨੂੰ ਕਹਿੰਦੇ ਨੇ ਧੁਨਾਤਮਕ। ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ, ਮੌਤ ਕਿਵੇਂ ਹੁੰਦੀ ਹੈ? ਮੌਤ ਹੁੰਦੀ ਹੈ ਜਦੋਂ ਅਸੀਂ ਹੌਲੀ ਹੌਲੀ ਸਾਡਾ ਸਰੀਰ ਸੁੰਨ ਹੋਣਾ ਸ਼ੁਰੂ ਹੋ ਜਾਂਦਾ, ਤੇ ਜਿਹੜੀ ਆਤਮਾ ਸਾਡੀ ਰੂਹ ਹੈ ਅੱਖਾਂ ਤੋਂ ਨਿਕਲ ਜਾਂਦੀ, ਅਸੀਂ ਕਹਿੰਦੇ ਡੈਡ ਹੋ ਗਈ। ਇਹੀ ਹੈ ਨਾ। ਫਿਰ ਜਦੋਂ ਡੈਡ ਹੋ ਗਈ, ਕਿਸੇ ਨੂੰ ਚੱਕ ਕੇ ਕੋਈ ਨਹੀਂ ਬੋਲਦਾ, ਉਂਝ ਸਾਡੇ ਮਾੜੀ ਸੂਈ ਲਾ ਦਿਓ ਕਿੰਨੀ ਚੀਕ ਪੈਂਦੀ ਹੈ। ਜਦੋਂ ਅਸੀਂ ਉਹ ਆਤਮਾ ਨਿਕਲ ਜਾਂਦੀ ਹੈ, ਚਾਹੇ ਸਾਡੇ 10 ਟੋਟੇ ਕਰ ਦਿਓ ਫੜ ਕੇ, ਚਾਹੇ ਸਾਨੂੰ ਜ਼ਮੀਨ 'ਚ ਦਫਨਾ ਦਿਓ, ਚਾਹੇ ਅੱਗ ਦੇ ਉੱਤੇ ਲਾ ਦਿਓ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹ ਤਾਕਤ ਜਿਹੜੀ ਪਾਵਰ ਆ ਉਹ ਨਿਕਲ ਗਈ। ਠੀਕ ਹੈ ਜੀ। ਇਸੇ ਤਰ੍ਹਾਂ ਜੇ ਬਿਜਲੀ ਦੀ ਕਰੰਟ ਹੈ, ਤਾਰਾਂ ਨੇ ਜਿੰਨੀਆਂ ਮਰਜ਼ੀ ਛੇੜੀ ਚਲੋ, ਜੇ ਉਹਦੇ ਵਿੱਚ ਕਰੰਟ ਹੋਵੇ, ਲਾ ਕੇ ਦੇਖੋ ਹੱਥ ਕਿੰਨਾ ਸ਼ਾਰਟ ਦੱਬ ਕੇ ਪੈਂਦਾ। ਸੋ ਕਰੰਟ ਦੀ ਵੈਲਿਊ ਹੈ। ਸੋ ਇਸ ਕਰਕੇ ਜਿਹੜਾ ਪਰਮਾਤਮਾ ਦੋ ਤਰ੍ਹਾਂ ਦੀ, ਉਹ ਪਾਵਰ ਜਿਹੜੀ ਦੋ ਤਰ੍ਹਾਂ ਦੀ ਹੈ, ਇੱਕ ਸਰਗੁਣ ਹੈ, ਇੱਕ ਨਿਰਗੁਣ ਹੈ। ਸਰਗੁਣ ਕਿਹਨੂੰ ਕਹਿੰਦੇ ਨੇ, ਤੇ ਨਿਰਗੁਣ ਉਹਦਾ ਕੋਈ ਗੁਣ ਨਹੀਂ। ਜਾਂ ਇਹਨੂੰ ਸਿੰਪਲ ਤਰੀਕੇ ਨਾਲ ਕਹਿ ਲਓ ਵੀ ਇੱਕ ਤਾਂ ਹੈਗੀ ਫੋਮ, ਜਿਹਦੀ ਕੋਈ ਸ਼ਕਲ ਹੈ, ਆਕਾਰ ਹੈ, ਤੇ ਇੱਕ ਬਿਨਾਂ ਆਕਾਰ ਤੋਂ ਹੈ। ਉਹ ਕਿਵੇਂ ਹੈ? ਜਿਵੇਂ ਹੁਣ ਇੱਥੇ ਮੈਂ ਬੈਠਾ, ਮੇਰੇ ਉਹ ਪਰਮਾਤਮਾ ਦੀ ਕੋਈ ਨਹੀਂ ਸ਼ਕਲ, ਪਰ ਜਦੋਂ ਮੈਂ ਅੰਦਰੋਂ ਉਸ ਤਾਕਤ ਨੂੰ ਦੇਖ ਲਿਆ, ਤਾਂ ਫਿਰ ਮੈਂ ਜਿੱਧਰ ਵੀ ਦੇਖੂੰਗਾ ਉਸ ਤਾਕਤ ਨੂੰ, ਉਹਦੇ ਵਿੱਚ ਆਕਾਰ ਨਜ਼ਰ ਆਊਗਾ, ਉਦੋਂ ਸਰਗੁਣ ਬਣ ਜਾਂਦਾ। ਜਿੰਨਾ ਚਿਰ ਨਹੀਂ ਉਹ ਨਿਰਗੁਣ। ਜਿਹੜੇ ਸਾਡੇ ਰਿਸ਼ੀ ਮੁਨੀ, ਪੀਰ ਪੈਗੰਬਰ, ਗੁਰੂ ਸਾਹਿਬਾਨ ਆਏ, ਉਹਨਾਂ ਨੇ ਆਪਣੀ ਲਿਵ ਅੰਦਰੋਂ ਜੋੜੀ। ਜਿਵੇਂ ਸਮੁੰਦਰ ਦੀ ਇੱਕ ਲਹਿਰ ਸਮੁੰਦਰ ਦੇ ਵਿੱਚ ਚਲੀ ਜਾਂਦੀ ਹੈ, ਸਮੁੰਦਰ ਦਾ ਰੂਪ ਹੋ ਜਾਂਦੀ ਹੈ, ਇਸੇ ਤਰ੍ਹਾਂ ਜਿਹੜੀ ਸਾਡੀ ਆਤਮਾ ਹੈ, ਉਹਨਾਂ ਨੇ ਮਿਹਨਤ ਕਰਕੇ ਆਤਮਾ ਨੂੰ ਅੰਦਰੋਂ ਪਰਦੇ ਖੋਲੇ, ਪਰਮਾਤਮਾ ਅੱਲਾ ਵਾਹਿਗੁਰੂ 'ਚ ਮਿਲ ਗਏ, ਤੇ ਉਹ ਸਰੀਰ ਦੇ ਵਿੱਚ ਉਹ ਰੱਬ ਕਹਾਉਣ ਲੱਗ ਗਏ। ਸਰੀਰ ਉਹਨਾਂ ਨੇ ਵੀ ਛੱਡਣਾ, ਸਰੀਰ ਅਸੀਂ ਵੀ ਛੱਡਣਾ, ਪਰ ਜਿਵੇਂ ਜਿਉਂਦੇ, ਜਿਵੇਂ ਮੁਰਦੇ ਆਏ, ਮੁਰਦੇ ਹੀ ਮਰ ਗਏ। ਪਰ ਜਿਹੜੇ ਬੰਦੇ ਫਾਇਦਾ ਲੈ ਗਏ, ਜਿਵੇਂ ਹੁਣ ਅਸੀਂ, ਕੋਈ ਬੰਦਾ 10ਵੀਂ ਤੋਂ ਸਕੂਲ ਗਿਆ ਹੀ ਨਹੀਂ, ਮਿਹਨਤ ਕੀਤੀ ਨਹੀਂ। ਕੋਈ ਬੰਦੇ ਮਿਹਨਤ ਕਰਦੇ ਨੇ, ਕੋਈ 10ਵੀਂ ਕਰ ਲਈ, BA ਕਰ ਲਈ, B.Ed ਕਰ ਲਈ, MA ਕਰ ਲਈ, MPhil ਕਰ ਲਈ, PhD ਕਰ ਲਈ, ਡਾਕਟਰ ਕਰ ਲਈ, ਲਾਅ ਕਰ ਲਈ। ਉਹਨਾਂ ਨੇ ਮਿਹਨਤ ਕੀਤੀ, ਆਪਣੀ ਜਿਹੜੀ ਵਿਦਿਆ ਸੀਗੀ, ਜਿਹੜੀ ਤਾਕਤ ਸੀ, ਉਹ ਜਗਾ ਲਈ, ਉਹਨਾਂ ਨੂੰ ਨੌਲੇਜ ਹੋ ਗਈ। ਸੋ ਇਸੇ ਤਰ੍ਹਾਂ ਹੀ ਜਿਹੜਾ ਪਰਮਾਤਮਾ ਹੈ ਨਾ, ਜਿਉਂ ਤਿਲ ਮੇ ਤੇਲ ਹੈ, ਚਕਮਕ ਮੇ ਆਗ, ਐਜ਼ ਦਾ oil is in sesame seed, ਜਿਹੜੇ ਤਿਲ ਹੁੰਦੇ ਨੇ ਸੈਸਮੀ ਸੀਡ, ਉਹ ਦੇਖੋ, ਉਹਨੂੰ ਦੱਬ ਕੇ ਦੇਖੋ, ਉਹਦੇ ਵਿੱਚ ਤੇਲ ਹੈ, ਪਰ ਬਾਹਰੋਂ ਤਾਂ ਨਹੀਂ ਦਿਸਦਾ। As oil is in sesame seed, ਚਕਮਕ ਮੇ ਆਗ, ਜਿਹੜੀ ਅੱਗ ਹੁੰਦੀ ਹੈ ਉਹ ਪੱਥਰਾਂ 'ਚ ਹੁੰਦੀ ਹੈ। Fire is in flint stone, ਤੇਰਾ ਪ੍ਰੀਤਮ ਤੁਝ ਮੇ ਜਾਗ ਸਕੇ ਤੋ ਜਾਗ। ਇਸੇ ਤਰ੍ਹਾਂ ਜਿਹੜਾ ਪਰਮਾਤਮਾ ਹੈ, ਅੱਲਾ ਵਾਹਿਗੁਰੂ ਹੈ, ਉਹ ਸਾਡੇ ਅੰਦਰ ਹੈ। ਜੇ ਤੂੰ ਦੇਖਣਾ ਉਹਨੂੰ, ਤਾਂ ਤੇਰੀ ਮਰਜ਼ੀ ਹੈ, ਮਿਹਨਤ ਕਰ ਲੈ। So is our beloved Lord within us, wake up if you can। ਸੋ ਇਹ ਪਰਮਾਤਮਾ ਦੀਆਂ ਕੁਝ ਗੱਲਾਂ ਨੇ। ਜਿਸ ਤਰ੍ਹਾਂ ਕਹਿੰਦੇ ਨੇ ਹਰਿਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਦਿਸ ਬੋਡੀ ਨਾਟ ਉਹ ਬੋਡੀ ਨਹੀਂ ਕਹਿੰਦੇ, ਦਿਸ ਬੋਡੀ, ਆਹ ਜਿਹੜਾ ਸਰੀਰ ਹੈ, ਇਹਦੇ ਵਿੱਚ ਇਜ਼ ਦਾ ਟੈਂਪਲ ਆਫ ਲਿਵਿੰਗ ਗੋਡ, ਦੇ ਵਿੱਚ ਜਿੰਦਾ ਪਰਮਾਤਮਾ ਰਹਿੰਦਾ ਹੈ। ਕਿਉਂਕਿ ਆਤਮਾ ਪਰਮਾਤਮਾ, ਆਤਮ ਅੰਸ਼ ਰਾਮ ਕੀ, ਇਹ ਜਿਹੜੀ ਆਤਮਾ ਉਹ ਪਰਮਾਤਮਾ ਦੀ ਅੰਸ਼ ਹੈ। ਇਸ ਕਰਕੇ ਵੀ ਆਰ ਦਾ ਪੋਟੈਂਸ਼ੀਅਲ ਗੋਡ। ਸੋ ਇਸ ਕਰਕੇ ਪਰਮਾਤਮਾ ਜਿਹੜੀ ਹੈਗੀ, ਜਿਹੜਾ ਹੈਗਾ ਉਹ ਸਾਡੇ ਅੰਦਰ ਹੈ। ਅਸੀਂ ਜਿਸ ਤਰ੍ਹਾਂ ਹੋਰ ਮੈਨੂੰ ਹੁਣ ਨਾਂ ਨਹੀਂ ਯਾਦ ਆ, ਸੂਫੀ ਫਕੀਰ ਸੀ, ਉਹ ਓਪਨਲੀ ਐਲਾਨ ਕਰਨ ਲੱਗ ਗਏ ਸੀਗੇ, ਮੈਂ ਹੀ ਪਰਮਾਤਮਾ, ਮੈਂ ਹੀ ਪਰਮਾਤਮਾ, ਮੈਂ ਹੀ ਪਰਮਾਤਮਾ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਪਰਮਾਤਮਾ ਕੀ ਚੀਜ਼ ਹੈ। ਇਸੇ ਤਰ੍ਹਾਂ ਹੀ ਕਿਸੇ ਸੰਤ ਨੇ ਕਿਹਾ ਕਿ ਵੈਨ ਯੂ ਲਿਸਨ ਟੂ ਦ ਸ਼ਬਦ ਧੁਨ, ਯੂ ਆਰ ਪ੍ਰੈਜ਼ੈਂਟ ਇਨ ਦ ਕੋਰਟ ਆਫ ਲਾਰਡ। ਜਦੋਂ ਤੁਸੀਂ ਅੰਦਰਲੀ ਧੁਨ, ਸੁਰਤ, ਸ਼ਬਦ ਨੂੰ ਸੁਣਨਾ ਸ਼ੁਰੂ ਕਰ ਦਿਓਗੇ, ਉਸ ਵੇਲੇ ਤੁਸੀਂ ਪਰਮਾਤਮਾ ਦੇ ਨਾਲ ਇੱਕਮਿਕ ਹੋ ਗਏ ਹੋ। ਇਸੇ ਕਰਕੇ ਕਹਿੰਦਾ ਬਸੋ ਤੁਮ ਆਏ ਨੈਣਨ ਮੇ, ਸਿਮਟ ਕਰ ਏਕ ਜਹਾਂ ਹੋਣਾ, ਦੁਈ ਜਹਾਂ ਦੂਰ ਹੋ ਜਾਏ, ਦ੍ਰਿਸ਼ਟੀ ਜੋਤ ਮੇ ਧਰਨਾ। ਬਸੋ ਤੁਮ ਆਏ ਨੈਣਨ ਮੇ, ਆਹ ਜਿਹੜੀ ਥਰਡ ਆਈ ਹੈ, ਜਿੱਥੇ ਲੇਡੀ ਬਿੰਦੀ ਲਗਾਉਂਦੇ ਨੇ ਜੀ, ਇੱਥੇ ਤੁਸੀਂ ਆ ਜਾਓ। ਸਿਮਟ ਕਰ ਏਕ ਹੋ ਜਾਣਾ, ਤੇ ਇਹਦੇ ਨਾਲ ਜਿੰਨੀਆਂ ਵੀ ਸਾਡੇ ਬਾਹਰਲੇ ਖਿਆਲ ਨੇ ਆਉਂਦੇ ਨੇ, ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਸਮੇਟ ਕੇ ਤੁਸੀਂ ਇੱਥੇ ਆਪਣਾ
ਜਿਹੜਾ ਧਿਆਨ ਹੈ ਇਕਾਗਰ ਕਰੋ। ਦੁਈ ਜਹਾਂ ਦੂਰ ਹੋ ਜਾਏ ਦ੍ਰਿਸ਼ਟੀ ਜੋਤ ਮੇ ਤਰਨਾ। ਜਦੋਂ ਤੁਸੀਂ ਇੱਥੇ ਪਹੁੰਚ ਜਾਓਗੇ ਸਾਰੇ ਬਾਹਰਲੇ ਖਿਆਲ ਨਿਕਲ ਜਾਣਗੇ, ਦ੍ਰਿਸ਼ਟੀ ਜੋਤ ਮੇ ਤਰਨਾ, ਇੱਥੇ ਵੀ ਤੁਹਾਨੂੰ ਜੋਤ ਨਜ਼ਰ ਆਊਗੀ ਜਗਦੀ। ਇਹ ਜਿਹੜੀ ਜੋਤ ਹੈ ਨਾ, ਜਿਵੇਂ ਪਲਟੂ ਸਾਹਿਬ ਉਲਟਾ ਕੂਆਂ ਗगन में तिसमें जरे चिराग बिना रोगन बिन बाती छे रुत 12 ਮਾਸ ਜਰਤੇ ਦਿਨ ਰਾਤੀ। ਕਿ ਜਿਹੜਾ ਉਲਟਾ ਕੂਆਂ, ਜਿਹੜਾ ਖੂਹ ਹੁੰਦਾ ਸਿੱਧਾ ਹੁੰਦਾ, ਸਾਡਾ ਜਿਹੜਾ ਸਰੀਰ ਹੈ ਪੁੱਠਾ ਹੈ, ਇਹਦੇ ਵਿੱਚ ਇੱਕ ਜੋਤ ਜਗ ਰਹੀ ਹੈ, ਉਹ ਹਰ ਵਕਤ ਜਗ ਰਹੀ ਹੈ। ਉਹਨੂੰ ਬੱਤੀ ਦੀ, ਤੇਲ ਦੀ, ਘੀ ਦੀ ਲੋੜ ਨਹੀਂ, ਹਮੇਸ਼ਾ ਤੋਂ ਚੱਲਦੀ ਹੈ। ਕਿਉਂਕਿ ਜਿੰਨੀਆਂ ਵੀ ਸੰਤ ਮਹਾਂਪੁਰਸ਼ਾਂ ਨੇ ਸਾਨੂੰ ਸਮਝਾਇਆ, ਅੰਦਰਲੀ ਜੋਤ ਦੇ ਦਰਸ਼ਨ ਕੀਤੇ, ਉਹਨਾਂ ਨੇ ਸਾਨੂੰ ਬਾਹਰਲੀ ਜੋਤ ਬਾਰੇ ਸਮਝਾਇਆ ਕਿ ਜਿਹੜੀ ਬਾਹਰ ਦੀ ਜੋਤ ਹੁੰਦੀ ਆ ਉਹਨੂੰ ਅਸੀਂ ਤੇਲ ਵੀ ਲਾਉਣੇ ਆ, ਘੀ ਵੀ ਲਾਉਣੇ ਆ, ਦੀਵਾ ਬੱਤੀ ਵੀ ਲਾਉਣੇ ਆ, ਤੇ ਜਿੰਨਾ ਚਿਰ ਉਹ ਹੈਗੀ ਤਾਂ ਹੀ ਜੋਤ ਚੱਲਦੀ ਹੈ, ਨਹੀਂ ਤਾਂ ਬੁੱਝੂਗੀ। ਪਰ ਜਿਹੜੀ ਸਾਡੀ ਅੰਦਰ ਦੀ ਜੋਤ ਹੈ, ਅਸਲੀ ਜਿਹੜੀ ਜੋਤ ਹੈ, ਮੰਦਿਰ ਜਾਓ ਗੁਰਦੁਆਰੇ ਉਹ ਸਭ ਨਕਲੀ ਨੇ। ਨਕਲੀ ਮੰਦਰ ਮਸਜਿਦੋਂ ਕੀ ਜਾਏ ਸਭ ਅਫਸੋਸ ਹੈ। ਉਹ ਜਿੰਨੇ ਵੀ ਅਸੀਂ ਬੰਦਿਆਂ ਨੇ ਬਣਾਏ ਨੇ ਨਾ, ਉਹ ਨਕਲਾਂ ਕੀਤੀਆਂ ਵੀ ਹੈ। ਨਕਲਾਂ ਕਿੱਥੋਂ ਕੀਤੀਆਂ? ਰਿਸ਼ੀ ਮੁਨੀਆਂ ਨੇ, ਪੀਰ ਪੈਗੰਬਰਾਂ ਨੇ, ਜਿਨ੍ਹਾਂ ਨੇ ਵੀ ਮਿਹਨਤ ਕੀਤੀ, ਉਹਨਾਂ ਨੇ ਅੰਦਰ ਦਰਸ਼ਨ ਕੀਤੇ। ਉਹਨਾਂ ਨੇ ਸਾਨੂੰ ਸਮਝਾਉਣ ਦੇ ਲਈ ਮਨੁੱਖੀ ਚੋਲਾ ਧਾਰਨ ਕਰਕੇ ਸਾਡੇ ਵਰਗੇ ਬਣ ਕੇ ਸਾਡੀ ਭਾਸ਼ਾ ਸਮਝਾਇਆ ਕਿ ਇਸ ਤਰ੍ਹਾਂ ਦੀ ਜੋਤ ਹੁੰਦੀ ਹੈ। ਪਰ ਜਿਹੜੀ ਅਸਲੀ ਜੋਤ ਹੈ ਉਹ ਅੰਦਰ 24 ਘੰਟੇ ਚੱਲਦੀ ਰਹਿੰਦੀ ਹੈ। ਇਸੇ ਕਰਕੇ ਜੀਸਸ ਕ੍ਰਾਈਸਟ ਨੇ ਵੀ ਤਾਂ ਹੀ ਉਹ ਕਿਹਾ ਸੀ ਨਾ, ਇਫ दाई आई बी सिंगल दाई होल बॉडी शैल बी फुल ऑफ लाइट। ਕਿ ਜਦੋਂ ਅਸੀਂ ਇੱਕ ਅੱਖ ਵਾਲੇ ਬਣ ਜਾਵਾਂਗੇ ਉਦੋਂ ਸਾਡੇ ਅੰਦਰ ਇਹ ਨੂਰ ਨਾਲ, ਪ੍ਰਕਾਸ਼ ਨਾਲ ਸਾਡਾ ਸਾਰਾ ਸਰੀਰ ਭਰ ਜਾਊਗਾ। ਉਦੋਂ ਸਾਨੂੰ ਪਰਮਾਤਮਾ ਦੇ ਦਰਸ਼ਨ ਹੋਣਗੇ। ਪੁਤਲੀ ਮੇ ਤਿਲ ਹੈ ਤਿਲ ਮੇ ਭਰਾ ਰਾਜ ਕੁਲ ਕਾ ਕੁਲ। ਜਿਹੜੀ ਪੁਤਲੀ ਹੈ ਨਾ ਸਾਡੀ ਅੱਖਾਂ ਦੇ ਵਿਚਾਲੇ, ਇਹਦੇ ਵਿਚਾਲੇ ਕਾਲਾ ਜਿਹਾ ਡੇਲਾ, ਉਹਦੇ ਵਿਚਾਲੇ ਖੋਰ ਹੈ। ਪੁਤਲੀ ਮੇ ਤਿਲ ਹੈ ਤਿਲ ਮੇ ਭਰਾ ਰਾਜ ਕੁਲ ਕਾ ਕੁਲ, ਇਸ ਪਰਦੇ ਸ਼ਾਹ ਕੇ जरा पार देखना 14 तब का हाल यहाँ तो होगा जरूर, गाफिल ना हो ख्याल से होशियार देखना। ਉਹ ਹੈ ਸੁਨ ਸਮਾਧੀ, ਬਿਲਕੁਲ 100% ਕੌਨਸੈਂਟਰੇਸ਼ਨ ਕਰਕੇ ਜਦੋਂ ਅਸੀਂ ਆਪਣੀ ਸਮਾਧੀ ਲਾਉਂਦੇ ਹਾਂ, ਮੈਡੀਟੇਸ਼ਨ ਕਰਦੇ ਹਾਂ, ਫਿਰ ਸਾਨੂੰ ਉਹ ਆਵਾਜ਼ ਦਿਖਾਈ ਦੇਊਗੀ, ਉਹ ਸਾਨੂੰ ਪ੍ਰਕਾਸ਼ ਦਿਖਾਈ ਦੇਊਗਾ। ਫਿਰ ਉਹਦੇ ਨਾਲ ਮਿਲਦੇ ਮਿਲਦੇ ਸਾਨੂੰ ਅੱਗੇ ਮੰਜ਼ਿਲਾਂ ਤੇ ਚੜ੍ਹਦੇ ਹੋ ਸਾਨੂੰ ਪਰਮਾਤਮਾ ਨਾਲ ਸਾਡਾ ਇੱਕਮਿਕ ਹੋ ਜਾਊਗਾ। ਫਿਰ ਬੱਲੇ ਬੱਲੇ ਹੀ ਆ, ਫਿਰ ਤਾਂ ਸਾਰੇ ਪਾਸੇ ਸਾਨੂੰ ਪਰਮਾਤਮਾ ਦੇ, ਤੁਹਾਡੀ ਰਹਿਣੀ ਸਹਿਣੀ ਬਦਲ ਜੂਗੀ। ਸੋ ਸਾਰਾ ਕੁਝ ਬਦਲ ਜੂਗਾ, ਤੁਹਾਡੀ ਗੱਲਬਾਤ ਕਰਨ ਦਾ ਢੰਗ ਬਦਲ ਜੂਗਾ, ਤੇ ਤੁਹਾਡਾ ਜੀ ਨਹੀਂ ਲੱਗਣਾ ਦੁਨੀਆ 'ਚ। ਤੁਸੀਂ ਕਹੋਗੇ ਛੇਤੀ ਪਰਮਾਤਮਾ ਦੇ ਨਾਲ ਮਿਲੀਏ। ਜਿਸ ਤਰ੍ਹਾਂ ਕਿਹੜੀ ਲੇਡੀ ਹੈ, ਜੇ ਵਿਆਹ ਹੋ ਜਾਂਦਾ, ਨਵਾਂ ਹੋ ਜਾਂਦਾ, ਹਸਬੈਂਡ ਨਾਲ ਪਿਆਰ ਪੈ ਜਾਂਦਾ, ਉਹਨੂੰ 4 ਦਿਨ ਪੇਕੇ ਭੇਜ ਕੇ ਦੇਖ ਲਓ। ਬੇਸ਼ੱਕ ਮਾਂ ਹੈ, ਬਾਪ ਹੈ, ਜਿੱਥੇ ਸਾਰੀ ਜ਼ਿੰਦਗੀ ਰਹੀ ਹੈ, ਭੈਣ ਭਰਾ ਨੇ, ਪਰ ਸ਼ਾਮ ਨੂੰ ਤਾਂ ਜੀ ਕਹਿੰਦੇ ਨਾ ਉਹ ਜੀ ਦਿਲ ਨਹੀਂ ਲੱਗਦਾ ਵੀ ਮੈਂ ਵਾਪਸ ਜਾਵਾਂ ਆਪਣੇ ਘਰ, ਸਹੁਰੇ ਜਾਵਾਂ। ਕਿਉਂ? ਕਿਉਂਕਿ ਉਹਨੇ ਪਿਆਰ ਪਾ ਲਿਆ, ਅਸਲੀ ਪਿਆਰ ਪਾ ਲਿਆ। ਇਸੇ ਕਰਕੇ ਕਹਿੰਦੇ ਨਾ, ਨਿਕਸੇ ਏਕ ਆਵਾਜ਼ ਚਿਰਾ ਕੀ ਜੋਤੀ ਮਾਹੀ, ਗਿਆਨ ਸਮਾਧੀ ਸੁਨੇ ਔਰ ਕੋਈ ਸੁਣਤਾ ਨਹੀਂ। ਕਿ ਇੱਕ ਆਵਾਜ਼ ਜਦੋਂ ਸੁਣੂਗੀ ਨਾ, ਉਹ ਜੋਤ ਦੇ ਵਿੱਚੋਂ ਆਵਾਜ਼ ਆਊਗੀ, ਉਹ ਬੜੇ ਧਿਆਨ ਦੇ ਨਾਲ, ਗਿਆਨ ਸਮਾਧੀ ਸੁਣੇ ਔਰ ਕੋਈ ਸੁਣੇ, ਬੜੇ ਧਿਆਨ ਦੇ ਨਾਲ ਜਦੋਂ ਅਸੀਂ ਆਪਣੀ ਬਿਰਤੀ ਨੂੰ ਜੋੜਦੇ ਹਾਂ, ਫਿਰ ਸਾਨੂੰ ਉਹ ਪ੍ਰਕਾਸ਼ ਵੀ ਦਿਸੂਗਾ। ਉਹ ਪ੍ਰਕਾਸ਼ ਦੇ ਵਿੱਚੋਂ ਸਾਨੂੰ ਆਵਾਜ਼ ਵੀ ਆਊਗੀ, ਮੈਲੋਡੀ ਵੀ ਆਊਗੀ, ਧੁਨਾਤਮਕ ਨਾਮ ਜਿਹੜੀ ਹੈ ਧੁਨ ਵੀ ਆਊਗੀ। ਉਹ ਧੁਨ ਨੂੰ ਜੋ ਸੁਣਦੇ ਹਾਂ, ਹੌਲੀ ਹੌਲੀ ਫਿਰ ਅਸੀਂ ਮੰਜ਼ਿਲ ਦਰ ਮੰਜ਼ਿਲ ਉਹ ਉੱਥੋਂ ਪਹੁੰਚ ਜਾਵਾਂਗੇ ਜਿੱਥੋਂ ਉਹ ਧੁਨ ਆ ਰਹੀ ਹੈ। ਜਿਸ ਤਰ੍ਹਾਂ ਲਹਿਰ ਨੂੰ ਪਕੜ ਕੇ ਹੌਲੀ 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 ਆ ਕੇ ਸਮੁੰਦਰ 'ਚ ਮਿਲ ਗਈ, ਫਿਰ ਲਹਿਰ ਤੇ ਸਮੁੰਦਰ 'ਚ ਕੋਈ ਫਰਕ ਨਹੀਂ ਰਿਹਾ। ਸੋ ਇਹ ਪਰਮਾਤਮਾ ਹੈ। ਹੁਣ ਆਪਾਂ ਦੂਜੇ ਟੌਪਿਕ ਤੇ ਗੱਲ ਕਰਦੇ ਹਾਂ ਕਿ ਵਟ ਆਰ ਦ ਪ੍ਰੂਫਸ ਫॉर द ਐਗਜ਼ਿਸਟੈਂਸ ਆਫ ਗॉड। ਕਿ ਪਰਮਾਤਮਾ ਹੈਗਾ ਵੀ ਹੈ ਕਿ ਨਹੀਂ ਵੀ ਹੈਗਾ। ਆ ਦੋ ਗੱਲਾਂ ਹੀ ਨੇ। ਦੁਨੀਆ ਦੇ ਵਿੱਚ, ਸਾਰੀ ਦੁਨੀਆ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਨੇ। ਕੁਝ ਲੋਕ ਇਹ ਕਹਿੰਦੇ ਨੇ ਕਿ ਪਰਮਾਤਮਾ ਸਾਹਿਬ ਪਖੰਡ ਹੈ। ਉਹ ਅਸਲ 'ਚ ਪਖੰਡ, ਉਹ ਪਰਮਾਤਮਾ ਤਾਂ ਉਹ ਵੀ ਮੰਨਦੇ ਨੇ, ਪਰ ਪਖੰਡੀ ਜਿਹੜੇ ਅਸੀਂ ਲੋਕ ਆ ਨਾ, ਜਿਹੜੇ ਉਹਨਾਂ ਕਰਕੇ, ਉਹਨਾਂ ਦੀਆਂ ਹੇਰਾ ਫੇਰੀਆਂ ਕਰਕੇ, ਝੂਠ ਕਰਕੇ, ਠੱਗੀ ਕਰਕੇ, ਐਵੇਂ ਕਹਾਣੀਆਂ ਸੁਣਾਉਣ ਕਰਕੇ, ਦੇਖਿਆ ਆਪ ਹੁੰਦਾ ਨਹੀਂ, ਐਵੇਂ ਕਿਤਾਬਾਂ 'ਚੋਂ ਪੜ੍ਹ ਕੇ ਗੱਲਾਂ ਸੁਣਾਈ ਜਾਂਦੇ, ਮਿਹਨਤਾਂ ਕੀਤੀ ਨਹੀਂ ਹੁੰਦੀ। ਇਸ ਕਰਕੇ ਉਹ ਜਿਹੜੇ ਬੰਦੇ ਨੇ ਉਹ ਵੀ ਫਿਰ ਯਕੀਨ ਨਹੀਂ ਕਰਦੇ। ਪਰ ਐਨੀਵੇ, ਜਿਹੜੇ ਲੋਕ ਕਹਿੰਦੇ ਨੇ ਪਰਮਾਤਮਾ ਹੈ ਨਹੀਂ, ਉਹਨਾਂ ਦਾ ਵਿਸ਼ਵਾਸ ਇਹ ਹੈ ਵੀ ਕੁੱਲ ਕਾਇਨਾਤ ਨੂੰ ਜਿਹੜਾ ਪੈਦਾ ਕੀਤਾ ਹੈ ਉਹ ਐਟਮ ਨੇ ਪੈਦਾ ਕੀਤਾ, ਇਲੈਕਟ੍ਰੋਨਸ ਤੇ ਪ੍ਰੋਟੋਨਸ ਨੇ ਕੀਤਾ। ਆਪਣੇ ਆਪ ਹੌਲੀ ਹੌਲੀ ਡਿਵੈਲਪਮੈਂਟ ਹੋਈ ਜਾਂਦੀ ਹੈ ਤੇ ਕੁੱਲ ਕਾਇਨਾਤ ਬਣ ਗਈ। ਹਾਂਜੀ, ਪਰ ਜਿਹੜੀ ਬਾਹਲੀ ਲੋਕ ਹੈ, ਕਿਉਂਕਿ ਉਹ ਕਹਿੰਦੇ ਨੇ ਜੇ ਹੈਗਾ ਪਰਮਾਤਮਾ ਦਿਖਾਓ, ਉਹਨਾਂ ਨੇ ਕਹਿਣਾ ਦਿਖਾਓ ਜੀ ਪਰਮਾਤਮਾ ਕਿੱਥੇ ਹੈ। ਸੋ ਉਹਨੂੰ ਪਰਮਾਤਮਾ ਨੂੰ ਦਿਖਾਉਣ ਲਈ ਬਿਲਕੁਲ ਦਿਖਾ ਸਕਦੇ ਆਪਾਂ। ਦੇਖੋ, ਜਦੋਂ ਸਕੂਲ 'ਚ ਪੜ੍ਹਦੇ ਸੀਗੇ ਜਾਂ ਕਾਲਜ 'ਚ ਪੜ੍ਹਦੇ ਸੀਗੇ, ਉਸ ਵੇਲੇ ਸਾਡੇ ਟਾਈਮ ਦੇ ਵਿੱਚ ਜਿਹੜੀ ਸਾਇੰਸ ਲੈਬੋਰਟਰੀ, ਜਿਨ੍ਹਾਂ ਨੇ ਸਾਇੰਸ ਸਬਜੈਕਟ ਲਿਆ ਸੀਗਾ, ਉਹ ਕੀ ਕਰਦੇ ਸੀਗੇ, ਦੱਸਦੇ ਹੁੰਦੇ ਸੀ ਜਿਹੜਾ ਪਾਣੀ ਹੈ, ਪਾਣੀ ਜਿਹੜਾ ਵਾਟਰ ਹੈ, ਉਹ ਲਿਕੁਇਡ ਹੈ। ਪਰ ਉਹ ਕਹਿੰਦੇ ਲਿਕੁਇਡ ਨਹੀਂ ਹੈ, ਇਹ ਇਟਸ ਅ ਕੰਬੀਨੇਸ਼ਨ ਆਫ 2 ਗੈਸਿਸ, ਹਾਈਡਰੋਜਨ ਤੇ ਆਕਸੀਜਨ। ਹੁਣ ਕੋਈ ਬੰਦਾ ਆਮ ਕਿੱਥੋਂ ਮੰਨ ਲੂਗਾ? ਜਾਂ ਜਿਵੇਂ ਉਹ ਤਿਲ, ਜਿਵੇਂ ਕਿਹਾ ਸੀ ਨਾ, ਜੂ ਤਿਲ ਮੇ ਤੇਲ ਹੈ ਚਿਕਮਿਕ ਮੇ ਆਗ, ਤੇਰਾ ਪ੍ਰੀਤਮ ਤੁਝ ਮੇ ਜਾਗ ਸਕੇ ਤੋ ਜਾਗ। ਤੇਲਾਂ ਨੂੰ ਕਹੋ ਵੀ ਇਹਦੇ ਵਿੱਚ ਤੇਲ ਆ, ਕੋਈ ਮੰਨਣ ਨੂੰ ਤਿਆਰ ਹੈ? ਦੁੱਧ ਦੇ ਵਿੱਚ ਕਹੋ ਵੀ ਇਹਦੇ ਵਿੱਚ ਮੱਖਣ ਆ, ਕੋਈ ਮੰਨਣ ਨੂੰ ਤਿਆਰ ਹੈ? ਸੋ ਇਸੇ ਤਰ੍ਹਾਂ ਹੀ ਜਦੋਂ ਕਹਿੰਦੇ ਸੀ ਪਾਣੀ 2 ਗੈਸਾਂ ਦੇ ਨਾਲ ਬਣਿਆ ਵਾ, ਕੋਈ ਮੰਨਣ ਨੂੰ ਤਿਆਰ ਹੈ?
ਉਹਦੇ ਲਈ ਕੀ ਕਰਦੇ ਸੀਗੇ, ਉਹਦੇ ਲਈ ਸਾਨੂੰ ਫਿਰ ਪ੍ਰੂਫ ਦੇਣਾ ਪੈਂਦਾ ਸੀ। ਪ੍ਰੂਫ ਕੀ ਦਿੰਦਾ ਸੀਗੇ ਕਿ ਅਸੀਂ ਲੈਬੋਰਟਰੀ 'ਚ ਜਾਂਦੇ ਸੀ, ਪਾਣੀ ਨੂੰ ਗਰਮ ਕਰਦੇ ਸੀ, ਉਹ ਕੱਚ ਦੀਆਂ ਬਰੀਕ ਬਰੀਕ ਸਾਈਫਨ ਹੁੰਦੀਆਂ ਸੀ ਨਾਲੀਆਂ ਦੇ ਵਿੱਚ, ਜਿਹੜੀ ਆਕਸੀਜਨ ਅਲੱਗ ਪਾਸੇ ਚਲੀ ਜਾਂਦੀ ਸੀ ਤੇ ਹਾਈਡਰੋਜਨ ਅਲੱਗ ਪਾਸੇ ਚਲੀ ਜਾਂਦੀ ਸੀਗੀ। ਕਿਉਂਕਿ ਉਹ ਹਾਈਡਰੋਜਨ ਹਲਕੀ ਹੁੰਦੀ ਉੱਪਰ ਚਲੀ ਜਾਂਦੀ, ਨਾਈਟ੍ਰੋਜਨ ਆਕਸੀਜਨ ਥੱਲੇ ਨੂੰ ਚਲੀ ਜਾਂਦੀ। ਫਿਰ ਅਸੀਂ ਆਪਣੀਆਂ ਇਹ ਅੱਖਾਂ ਨਾਲ, ਬਾਹਰਲੀਆਂ ਅੱਖਾਂ ਨਾਲ ਦੇਖਦੇ ਵੀ ਹਾਂ ਗੱਲ ਤਾਂ ਸਹੀ ਹੈ, ਪਾਣੀ ਖਤਮ ਹੋ ਗਿਆ, ਦੋ ਗੈਸਾਂ ਬਣ ਗਈਆਂ। ਫਿਰ ਜਦੋਂ ਦੋ ਗੈਸਾਂ ਨੂੰ ਠੰਡੇ ਕਰਦੇ, ਹੌਲੀ ਹੌਲੀ ਤੁਪਕੇਬਾਜ਼ੀ ਕੋ ਪਾਣੀ ਬਣ ਜਾਂਦਾ ਸੀ। ਸੋ ਉਦੋਂ ਅਸੀਂ ਪੱਕੇ ਤੌਰ ਤੇ ਪ੍ਰੂਫ ਕਰ ਲਿਆ, ਕਿਉਂਕਿ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ। ਕਿੱਥੋਂ ਦੇਖਿਆ? ਲੈਬੋਰਟਰੀ 'ਚ ਜਾ ਕੇ। ਇਸੇ ਤਰ੍ਹਾਂ ਹੀ ਜੇ ਪ੍ਰਮਾਤਮਾ ਨੂੰ ਦੇਖਣਾ ਤਾਂ ਉਹ ਸਾਨੂੰ ਫਿਰ ਲੈਬੋਰਟਰੀ ਜਾਣਾ ਪਊਗਾ। ਉਹ ਲੈਬੋਰਟਰੀ ਕਿਹੜੀ ਹੈ? ਲੈਬੋਰਟਰੀ ਸਾਡਾ ਇਹ ਸਰੀਰ ਹੈ। ਇਸ ਗੁਫਾ ਮੇਂ ਅਖੁੱਟ ਭੰਡਾਰਾ, ਤਿਸ ਵਿੱਚ ਬਸੇ ਹਰ ਅਲਖ ਪਾਰਾ, ਆਪੇ ਬਸੇ ਆਪੇ ਪ੍ਰਗਟ ਆਪੇ, ਸਮਥਿੰਗ ਲਾਈਕ ਦਿਸ, ਵੀ ਇਹ ਜਿਹੜਾ ਗੁਫਾ ਹੈ ਸਾਡੇ ਸਰੀਰ ਦੇ ਵਿੱਚ, ਇਹ ਲੋਕੇ ਦੇ ਵਿੱਚ, ਇਹਦੇ ਵਿੱਚ ਪ੍ਰਮਾਤਮਾ ਬਸਦਾ ਹੈ। ਸੋ ਉਹ ਕਿਵੇਂ ਲੱਭਾਂਗੇ? ਮਿਹਨਤ ਕਰਨੀ ਪਊਗੀ। ਜਿਵੇਂ ਅਸੀਂ ਬਾਹਰਲੀਆਂ ਮਿਹਨਤਾਂ ਕਰਕੇ ਡਿਗਰੀਆਂ ਕਿੰਨੀਆਂ ਕਿੰਨੀਆਂ ਲਈ ਫਿਰਦੇ ਨੇ, ਕੋਈ ਪਲੰਬਰ ਦਾ ਬਾਹਰਲੀ ਮਿਹਨਤ ਕੀਤੀ, ਉਹਨੂੰ ਪਤਾ ਟੂਟੀ ਦਾ ਕਨੈਕਸ਼ਨ ਜਾਂ ਕਿਵੇਂ ਜੋੜਨਾ ਹੈ, ਜੇ ਕੋਈ ਬਿਜਲੀ ਵਾਲਾ ਉਹਨੂੰ ਪਤਾ ਵੀ ਤਾਰਾਂ ਕਿਵੇਂ ਜੋੜਨੀਆਂ ਨੇ। ਇਸੇ ਤਰ੍ਹਾਂ ਹੀ ਜਿਹੜਾ ਬੰਦਾ ਅੰਦਰ ਮਿਹਨਤ ਕਰਦਾ ਉਹ ਪ੍ਰਮਾਤਮਾ ਨੂੰ ਸਾਖਸ਼ਾਤ ਅੰਦਰੋਂ ਹੀ ਦਰਸ਼ਨ ਕਰ ਲੈਂਦਾ ਹੈ। ਸੋ ਇੱਕ ਗੱਲ ਤਾਂ ਇਹ ਪ੍ਰੂਫ ਹੈ। ਦੂਜੀ ਗੱਲ ਇਹ ਆ ਕਿ ਸਾਇੰਸ ਇਹ ਕਹਿੰਦੀ ਹੈ ਕਾਜ਼ ਐਂਡ ਇਫੈਕਟ, ਕਿ ਹਰ ਚੀਜ਼ ਦਾ ਜਿਹੜੀ ਪੈਦਾ ਹੋਈ ਹੈ ਉਹਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ। ਜਿਵੇਂ ਮੈਂ ਇੱਥੇ ਆਇਆ, ਮੇਰਾ ਕੀ ਕਾਰਨ ਹੈ? ਮੈਂ ਰੇਡੀਓ ਪ੍ਰੋਗਰਾਮ ਕਰਨਾ। ਉਹ ਕਿਉਂ ਕਰਨਾ? ਕਿਸੇ ਦੀ ਰੋਜੀ ਰੋਟੀ ਕਿਉਂ ਕਰਨੇ? ਬੱਚੇ ਪਾਲਣੇ, ਬੱਚੇ ਕਹਿੰਦੇ ਅੱਗੇ ਦੀ ਅੱਗੇ, ਅੱਗੇ ਦੀ ਅੱਗੇ ਅੱਗੇ। ਇਸ ਤਰ੍ਹਾਂ ਕਾਜ਼ ਐਂਡ ਇਫੈਕਟ ਹੈ। ਸੋ ਜਿਹੜਾ ਪਹਿਲਾ ਕਾਜ਼ ਹੈ ਉਹ ਪਰਮਾਤਮਾ ਹੈ। ਹੁਣ ਕਹੋਗੇ ਪਹਿਲਾਂ ਪਰਮਾਤਮਾ ਤੋਂ ਪਹਿਲਾਂ, ਉਸ ਤੋਂ ਪਹਿਲਾਂ ਕਿਹੜਾ ਕਾਜ਼ ਸੀ? ਨਹੀਂ, ਪਰਮਾਤਮਾ ਪਹਿਲਾ ਹੀ ਕਾਜ਼ ਸੀ। ਜਿਸ ਤਰ੍ਹਾਂ ਇੱਕ ਵਾਰ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸੀ ਨਾ ਕਿ ਪਰਮਾਤਮਾ ਤੋਂ ਪਹਿਲਾਂ ਕੀ ਕੌਣ ਸੀ? ਤੁਸੀਂ ਕਹਿੰਦੇ ਪਰਮਾਤਮਾ ਪਹਿਲਾਂ ਸੀ, ਪਰਮਾਤਮਾ ਤੋਂ ਪਹਿਲਾਂ ਫਿਰ ਕੌਣ ਸੀ? ਤੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਭਾਈ ਸਾਹਿਬ ਥੋੜੇ ਜਿਹੇ ਮੋਤੀ ਲਿਆਓ ਰਾਜੇ ਨੂੰ। ਰਾਜੇ ਨੇ ਕਿਹਾ ਵੀ ਸ਼ਾਇਦ ਸਾਧੂ ਇਹ ਲਾਲਚੀ ਹੈ, ਮੋਤੀ ਲਿਆ। ਤੇ ਕਹਿੰਦੇ ਇਹਨੂੰ ਗਿਣੋ ਜੀ, ਥਾਲੀ 'ਚ ਪਾਏ ਸੀ। ਉਹਨੇ ਗਿਣਨੇ ਸ਼ੁਰੂ ਕਰਤੇ, 1 2 3 4 5 6। ਗੁਰੂ ਨਾਨਕ ਸਾਹਿਬ ਰੁਕ ਜਾ, ਗਲਤ ਗਿਣਦਾ। ਉਹ ਕਹਿੰਦਾ ਅੱਛਾ ਜੀ, ਕਹਿੰਦਾ ਦੂਰੀ ਵਾਰ ਗਿਣ। ਉਹਨੇ ਫੇਰ ਗਿਣਨਾ, ਕਹਿੰਦਾ 1 2 3 4। ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਗਲਤ ਗਿਣਦਾ, ਫੇਰ ਗਿਣ। ਉਹਨੇ ਕਿਹਾ 1 2, ਕਹਿੰਦੇ ਨਹੀਂ ਗਲਤ ਹੈ। ਉਹ ਕਹਿੰਦਾ 1, ਕਹਿੰਦੇ ਇਸ ਤੋਂ ਪਹਿਲਾਂ ਕੀ ਹੈ? ਕਹਿੰਦੇ ਇਸ ਤੋਂ ਪਹਿਲਾਂ ਤਾਂ ਕੁਛ ਹੈ ਹੀ ਨਹੀਂ। ਕਹਿੰਦਾ ਬਸ, ਜਿਸ ਤਰ੍ਹਾਂ ਤੇਰੇ ਮੋਤੀ ਇੱਕ ਤੋਂ ਪਹਿਲਾਂ ਨਹੀਂ ਸੀ, ਇਸ ਤਰ੍ਹਾਂ ਇਸ ਤੋਂ ਪਹਿਲਾਂ ਕਾਇਨਾਤ ਨੂੰ ਪੈਦਾ ਕਰਨ ਵਾਲੀ ਸਿਰਫ ਇੱਕੋ ਹੀ ਤਾਕਤ ਸੀ, ਉਹ ਪਰਮਾਤਮਾ ਸੀ। ਉਸ ਤੋਂ ਪਹਿਲਾਂ ਕੋਈ ਵੀ ਚੀਜ਼ ਨਹੀਂ ਸੀ। ਇਸੇ ਤਰ੍ਹਾਂ ਹੀ ਤੁਸੀਂ ਇੰਟੈਲੀਜੈਂਟ ਕਰ ਲਓ। ਆਪਾਂ ਕਹਿੰਦੇ ਆਦਮੀ ਕਿੰਨਾ ਇੰਟੈਲੀਜੈਂਟ ਹੈ ਜੀ, ਇੰਟੈਲੀਜੈਂਟ ਹੀ ਹੈ। ਅੱਜ ਸਪੇਸ ਤੇ ਬੈਠਾ, ਸੈੱਲ ਫੋਨ ਬਣਾ ਲਏ, ਪਤਾ ਨਹੀਂ ਕਿੱਥੇ ਕਿੱਥੇ ਤਰੱਕੀ ਕਰੀ ਬੈਠਾ। ਇੱਥੇ ਅਸੀਂ ਮਾੜਾ ਬਟਨ ਦੱਬਦੇ ਹਾਂ, ਇੰਡੀਆ 'ਚ ਕਾਰ 'ਚ ਹੀ ਗੱਲਾਂ ਕਰੀ ਜਾਂਦੇ ਹਾਂ। ਦੇਖੋ ਅਸੀਂ ਕਿੰਨੇ ਇੰਟੈਲੀਜੈਂਟ ਆ। ਸੋਚ ਕੇ ਦੇਖੋ, ਜੇ ਅਸੀਂ ਇੰਟੈਲੀਜੈਂਟ ਆ, ਜਿਹਨੇ ਸਾਨੂੰ ਬਣਾਇਆ ਉਹ ਕਿੰਨਾ ਇੰਟੈਲੀਜੈਂਟ ਹੋ। ਤੇ ਉਹ ਜਿਹੜੀ ਵੱਡੀ ਇੰਟੈਲੀਜੈਂਟ ਹੈ ਉਹਨੂੰ ਅਸੀਂ ਪਰਮਾਤਮਾ ਕਹਿ ਲੈਂਦੇ ਹਾਂ। ਬਿਊਟੀ ਦੇਖ ਲਓ, ਕਿਤੇ ਬਾਹਰ ਨਿਕਲੋ, ਦੇਖੋ ਬਿਊਟੀ ਦੇਖੋ, ਉਹ ਬੰਦਿਆਂ ਨੇ ਬਣਾਈ ਵੀ ਹੈ। ਕੋਈ ਦੇਖੋ, ਕੋਈ ਚਿੜੀਆਂ ਦੇਖ ਲਓ। ਮੈਨੂੰ ਯਾਦ ਹੈ ਜਦੋਂ ਅਸੀਂ ਉਹ ਸਨੈਲਗਰੋ ਫਲੀ ਮਾਰਕ ਲਾਦੀ ਦੇਖਦੇ ਚਿੜੀਆਂ, ਕੋਈ ਲਾਲ ਹੈ, ਕੋਈ ਹਰੀ ਹੈ, ਕੋਈ ਪੀਲੀ ਹੈ, ਕੋਈ ਬਾਕੀ ਚਿੜੀਆਂ ਮੈਜੋਰਟੀ ਉਸ ਤਰ੍ਹਾਂ ਹੀ ਨੇ। ਬੰਦੇ ਦੇਖ ਲਓ, ਕੋਈ ਗੋਰੇ ਨੇ ਬਿਲਕੁਲ, ਜੈਪਨੀਜ਼ ਦੇਖ ਲਓ, ਚਾਈਨੀਜ਼ ਗੋਰੇ ਨੇ, ਖਾਂਦੇ ਟਿੱਡੀਆਂ ਨੇ, ਹਾਂਜੀ। ਕੋਈ ਬਰਾਊਨ ਰੰਗ ਦੇ ਨੇ ਇੰਡੀਅਨਸ ਵਰਗੇ, ਕੋਈ ਬਿਲਕੁਲ ਧੂਤ ਕਾਲੇ ਨੇ। ਕਈਆਂ ਦੀਆਂ ਅੱਖਾਂ ਬਿਲਕੁਲ ਛੋਟੀਆਂ, ਕਿਸੇ ਦੀਆਂ ਵੱਡੀਆਂ ਵੱਡੀਆਂ ਨੇ, ਕਿਸੇ ਦੇ ਬੁੱਲ ਲਮਕਦੇ ਨੇ। ਤੁਸੀਂ ਦਰਖਤਾਂ ਦੇ ਲੋ, ਕਿੰਨੇ ਸੋਹਣੇ ਪੱਤੇ ਹੁੰਦੇ ਨੇ, ਕੋਈ ਲਾਲ ਹੁੰਦੇ ਨੇ, ਸਰਦੀਆਂ 'ਚ ਕਿਹੋ ਜਿਹਾ ਰੰਗ ਬਣ ਜਾਂਦਾ, ਗਰਮੀਆਂ 'ਚ ਕਿਹੋ ਜਿਹਾ ਰੰਗ ਹੋ ਜਾਂਦਾ। ਤੁਸੀਂ ਸੂਰਜ ਦੀ ਦੇਖ ਲਓ, ਗਰਮੀਆਂ ਦਾ ਕਿੰਨਾ ਨਜ਼ਾਰਾ ਹੁੰਦਾ। ਕਦੇ ਤੁਸੀਂ ਬਾਗ ਚਲੇ ਜਾਓ, ਫੁੱਲਾਂ ਦਾ ਦੇਖੋ ਖੁਸ਼ਬੂ ਕਿੰਨੇ। ਇਹ ਜਿਹੜੇ ਡਿਜ਼ਾਈਨ ਜਾਨਵਰਾਂ ਦੇ ਬਣਾਏ ਨੇ, ਕਿੰਨੇ ਕਿੰਨੇ ਵਧੀਆ ਡਿਜ਼ਾਈਨ ਬਣਾਏ ਨੇ। ਇਹ ਡਿਜ਼ਾਈਨ ਕੋਈ ਬੰਦੇ ਨੇ ਬਣਾਏ ਨੇ? ਬਣਾਏ ਸਾਰੇ ਜਿਹੜੀ ਤਾਕਤ ਨੇ ਬਣਾਏ ਨੇ, ਉਸ ਤਾਕਤ ਨੂੰ, ਜਿਹਨੇ ਕੁੱਲ ਕਾਇਨਾਤ ਨੂੰ, ਉਹਨੂੰ ਹੀ ਅਸੀਂ ਰੱਬ ਕਹਿੰਦੇ ਆ। ਸੋ ਇਸ ਤਰ੍ਹਾਂ ਦੇ ਪ੍ਰੂਫ ਨੇ, ਹਾਂਜੀ। ਪਰ ਜਿਹੜੀ ਗੱਲ ਇਹ ਆ ਵੀ ਸਾਡੀ ਦੁਨੀਆ ਦੇ ਵਿੱਚ ਗੜਬੜ ਕਿਉਂ ਹੈ? ਕਿਉਂਕਿ ਭਗਵਾਨ ਨੇ ਇਨਸਾਨ ਕੋ ਇਨਸਾਨ ਬਣਾਇਆ, ਪਰਮਾਤਮਾ ਨੇ ਸਾਨੂੰ ਇਨਸਾਨ ਬਣਾਇਆ ਸੀ। ਪਰ ਜਦੋਂ ਅਸੀਂ ਜਨਮ ਲੈਣੇ, ਪੇਟ ਚੋਂ ਆ ਜਾਣੇ ਬਾਹਰ, हमने उसको हिंदू और मुसलमान बनाया। जे मुसलमान ਦੇ ਘਰ ਦਾ ਮੁਸਲਮਾਨ ਹੈ ਜੀ, ਕਰ ਦਿਓ ਸੁੰਨਤ। ਜੇ ਹਿੰਦੂ ਦੇ ਘਰ ਦੇ ਪਵਾ ਦਿਓ ਜਨੇਊ। ਪਰਮਾਤਮਾ ਨੇ ਕਦੋਂ ਬਣਾਏ ਸੀ? ਤੇ ਜਦੋਂ ਸਾਡੀ ਡੈਥ ਹੋਣੀ ਹੈ ਉਦੋਂ ਕਿਤੇ ਉੱਥੇ ਪੁੱਛਣਾ ਵੀ ਇਹਨੂੰ ਹਿੰਦੂਆਂ ਦਾ ਕੋਈ ਅਲੱਗ ਤਰੀਕੇ ਨਾਲ ਜਾਣਾ ਉੱਪਰ, ਤੇ ਆਤਮਾ ਨੇ ਨਿਕਲਣਾ। ਆਤਮਾ ਦੀ ਕੋਈ ਜਾਤ ਪਾਤ ਨਹੀਂ ਹੁੰਦੀ, ਖੂਨ ਸਾਡੇ ਸਾਰਿਆਂ ਦਾ ਇੱਕੋ, ਨਾੜੀਆਂ ਸਾਰੀਆਂ ਇੱਕੋ ਹੀ ਨੇ। ਇਹ ਬੰਦੇ ਨੇ ਬਣਾਏ ਨੇ, ਹਾਂਜੀ। ਕਿਉਂਕਿ ਜਿਵੇਂ ਕਿਸੇ ਨੇ ਕਿਹਾ ਸੀ ਨਾ ਬੰਦੇ ਦੇ ਬਾਰੇ ਵੀ ਉਹ ਜਿਹੜੇ ਮੂਰਤੀਕਾਰ ਹੁੰਦੇ ਨੇ, ਮੂਰਤੀਕਾਰ ਜਿਹੜੇ ਪੱਥਰਾਂ ਨੂੰ ਕੱਟ ਕੱਟ ਕੇ ਮੂਰਤੀਆਂ ਬਣਾਉਂਦੇ ਨੇ, ਮੂਰਤੀਕਾਰ ਨੇ ਕਹਿੰਦੇ ਮੈਨੇ ਘੜਾ ਪੱਥਰ ਕੋ वो ਭਗਵਾਨ ਹੋ ਗਿਆ। ਕਿਸੇ ਪੱਥਰ ਨੂੰ ਘੜਿਆ, ਉਹਨੇ ਹਨੂਮਾਨ ਜੀ ਦੀ, ਰਾਮ ਚੰਦਰ ਜੀ, ਲਕਸ਼ਮਣ ਜੀ ਦੀ, ਜਿਹਦੀ ਮਰਜ਼ੀ ਮੂਰਤੀ ਬਣਾਈ, ਮੰਦਿਰ 'ਚ ਟਿਕ ਗਿਆ ਉਹ ਪਰਮਾਤਮਾ। ਲੋਕ ਅਸੀਂ ਉਹਦੇ ਨੱਕ ਰਗੜਦੇ ਹਾਂ। ਮੈਨੇ घड़ा पत्थर को वो भगवान हो गया, तुमने घड़ा इंसान को वो शैतान हो गया।
परमात्मा ने इंसान नूं बनाया, जिन्हें अगे वो पत्थर नूं कट कट के बनाया सी, उन्हें तो असीं रब बनाता। पर जिहड़ा परमात्मा ने खुद इंसान नूं बनाया, असीं शैतानियां करदे हां, शैतानियां ही करदे हां। साडी सोच ही बड़ी नैगेटिव है। असीं इल्ल हां, गिद्ध हां। गिद्ध दा की कोशिश हुंदी है भी नैगेटिव सोच, पंगा पाई रखना उन्हें। देखो ना, गिद्ध दी मैं तुहानूं एक छोटी जी एग्जाम्पल दिन्ना भी, एक वारी ये समझाउण दे लई है कि इल्ल जां गिद्ध इक्को ही गल है। ਉਹਨੂੰ ਉਹਦੇ ਜਿਹੜੇ ਨਿਆਣੇ ਸੀਗੇ इल्ल दे, ਉਹ ਕਹਿੰਦੇ ਅਸੀਂ ਮਾਸ ਖਾਣਾ, ਭੁੱਖ ਕਈ ਦਿਨਾਂ ਦੇ ਭੁੱਖੇ ਸੀਗੇ। ਉਹ ਕਹਿੰਦੇ ਅੱਛਾ ਮਾਸ, ਪਰ ਮਾਸ ਅਸੀਂ ਖਾਣਾ ਬੰਦੇ ਦਾ। ਬੰਦੇ ਦਾ ਹੁਣ ਮਾਸ ਕਿੱਥੋਂ ਆਊ? ਇੱਲ ਇੱਧਰ ਸਾਰੇ ਕਿਤੇ ਉੱਡੀ। ਦੇਖਿਆ ਵੀ ਜਿਹੜੇ ਬੰਦੇ ਕੁਛ ਜਾਲ ਦਿੰਦੇ ਨੇ ਤੇ ਕੁਛ ਜ਼ਮੀਨ 'ਚ ਪਾ ਦਿੰਦੇ ਨੇ, ਇੱਲ ਕਿਵੇਂ ਕੱਢੇ? ਉਹਨੇ ਲਿਆ ਕੇ ਵਧੀਆ ਤਾਜ਼ਾ, ਜਿੱਥੇ ਮੈਸ ਮਰੀ ਸੀ ਉਹਦਾ ਮਾਸ ਲਿਆ ਕੇ ਬੱਚਿਆਂ ਨੂੰ ਦਿੱਤਾ ਵੀ ਆਹ ਲਾ ਖਾ ਲਓ ਮੈਸ ਦਾ। ਉਹ ਕਹਿੰਦੇ ਅਸੀਂ ਤਾਂ ਨਹੀਂ ਖਾਣਾ, ਅਸੀਂ ਤਾਂ ਬੰਦਿਆਂ ਦਾ ਖਾਣਾ। ਬੱਚੇ ਵੀ ਅੜ ਗਏ। ਫਿਰ ਉਹਨੇ ਗਊ ਦਾ ਲਿਆਏ, ਉਹ ਕਹਿੰਦੇ ਅਸੀਂ ਤਾਂ ਨਹੀਂ ਖਾਣਾ, ਅਸੀਂ ਤਾਂ ਬੰਦਿਆਂ ਦਾ ਖਾਣਾ। ਫਿਰ ਉਹ ਕਿਸੇ ਹੋਰ ਦਾ ਲਿਆਏ, ਉਹ ਕਹਿੰਦੇ ਅਸੀਂ ਨਹੀਂ ਖਾਣੇ। ਉਹ ਵੀ ਹੁਣ ਕਿਉਂਕਿ ਉਹ ਮਾਂ ਸੀ ਜਾਂ ਪਿਓ ਸੀ ਗਿੱਧ, ਉਹਨੇ ਕਿਹਾ ਬੱਚੇ ਨਹੀਂ ਮੰਨਦੇ। ਉਹਨੇ ਸੋਚਿਆ ਵੀ ਹੁਣ ਇਹ ਮੈਂ ਬੱਚਿਆਂ ਦੀ ਇੱਛਾ ਕਿਵੇਂ ਪੂਰੀ ਕਰਾਂ। ਉਹਨੇ ਕੀ ਕੀਤਾ, ਜਾ ਕੇ ਇੱਕ ਸੂਰ ਦਾ ਮਾਸ ਚੱਕਿਆ ਤੇ ਉਹ ਅੱਗੇ ਜਾ ਕੇ ਮੰਦਰ ਤੇ ਮਸਜਿਦ ਸੀਗੀ, ਗਊ ਦਾ ਮਾਸ ਚੱਕ ਕੇ ਮੰਦਰ 'ਚ ਸਿੱਟਤਾ ਤੇ ਸੂਰ ਦਾ ਮਾਸ ਚੱਕ ਕੇ ਮਸਜਿਦ ਸਿੱਟਤਾ। ਜਦੋਂ ਦੇਖਿਆ ਮਸਜਿਦ ਵਾਲੇ, ਹੈ ਸੂਰ ਦਾ ਮਾਸ, ਮੰਦਰ ਵਾਲੇ ਹੈ ਗਊ ਦਾ ਮਾਸ, ਇਹਦਾ ਮੁਸਲਮਾਨਾਂ ਨੇ ਸਿੱਟਿਆ ਹੋਊਗਾ। ਉਹ ਕਹਿੰਦੇ ਇਹਦਾ ਹਿੰਦੂ ਨੂੰ ਸਿੱਟਿਆ। ਚੱਕ ਲੀਆਂ ਤਲਵਾਰਾਂ, ਕਿੰਨੇ ਹਿੰਦੂ ਮੁਸਲਮਾਨ ਮਾਰਤੇ ਤੇ ਗਿੱਧ ਨੇ ਚੱਕਿਆ ਦੋਨਾਂ ਦਾ ਮਾਸ, ਕਹਿੰਦੇ ਖਾਓ ਬੱਚਿਓ ਆਰਾਮ ਨਾਲ। ਸੋ ਅਸੀਂ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਸੋਚ ਹੈ, ਧਰਮ ਜਿਹੜੇ ਅਸੀਂ ਬਣਾਏ ਨੇ, ਫਿਰਕਾ ਬਣਾਇਆ, ਨਫ਼ਰਤਾਂ ਪੈਦਾ ਕੀਤੀਆਂ। ਸਾਨੂੰ ਪ੍ਰਮਾਤਮਾ ਨੇ ਇਨਸਾਨ ਬਣਾਇਆ ਸੀ ਵਧੀਆ ਕੰਮ ਕਰਨ ਲਈ। ਅਸੀਂ ਗਿੱਧਾਂ ਵਾਲੇ ਕੰਮ ਕਰਦੇ ਹਾਂ, ਗਿੱਧਾਂ ਵਾਲੇ ਕੰਮ, ਪੁੱਠੇ ਕੰਮ ਕਰਦੇ ਹਾਂ। ਕਦੇ ਸੋਚ ਕੇ ਦੇਖ ਲਓ ਅਸੀਂ ਕਿਹੜੇ ਕਿਹੜੇ ਕੰਮ ਨਹੀਂ ਪੁੱਠੇ ਕਰਦੇ। ਹਾਂਜੀ, ਤੇ ਆਮ ਤੌਰ ਤੇ ਕੀ ਹੁੰਦਾ ਕਿ ਨਫ਼ਰਤ ਅਸੀਂ ਹਮੇਸ਼ਾ ਕਰਦੇ ਹਾਂ। ਕੁਦਰਤ ਦੀ ਕੋਈ ਚੀਜ਼ ਦੇ ਲਓ, ਕੋਈ ਕਦੇ ਮੀਂਹ ਨੇ ਦੇਖਿਆ ਵੀ ਮੈਂ ਦੇ ਹਰੀਜਨ ਦੇ ਘਰ ਪੈਣਾ ਜਾਂ ਉਹਦੇ ਸਰਦਾਰ ਦੇ ਘਰ ਪੈਣਾ, ਸਾਰਿਆਂ ਨੂੰ ਬਣਦੀ ਹੈ। ਹਾਂਜੀ, ਸੋ ਇਸ ਕਰਕੇ ਅਸੀਂ ਨਫ਼ਰਤ ਪੈਦਾ ਕਰਦੇ ਹਾਂ। ਸੋ ਪ੍ਰਮਾਤਮਾ ਜਿਹੜੀ ਹੈ ਉਹ ਬਹੁਤ ਪਿਓਰ ਚੀਜ਼ ਹੈ, ਪਰਫੈਕਟ ਚੀਜ਼ ਹੈ, ਉਹਦੇ ਵਿੱਚ ਕੋਈ ਚੀਜ਼ ਦੀ ਕਮੀ ਨਹੀਂ। ਪਰ ਜਿਹੜੀਆਂ ਕਮੀਆਂ ਪੈਦਾ ਕੀਤੀਆਂ, ਦੁਨੀਆ ਛੇਰਾ ਫੇਰੀਆਂ, ਗਲਤ ਮਤ ਕੰਮ ਹੁੰਦੇ ਨੇ, ਉਹ ਇਨਸਾਨ ਨੇ ਹੀ ਪੈਦਾ ਕੀਤੇ ਨੇ। ਹੁਣ ਗੱਲ ਆਪਾਂ ਕਿਉਂਕਿ ਟਾਈਮ ਦਾ ਹਿਸਾਬ ਵੀ ਖਿਆਲ ਰੱਖਣਾ। ਹੁਣ ਤੀਜਾ ਟੌਪਿਕ ਹੈ ਕਿ ਪਰਮਾਤਮਾ ਰਹਿੰਦਾ ਕਿੱਥੇ ਹੈ, ਵੇਅਰ ਹੀ ਰਿਜ਼ਾਈਡਸ। ਹੁਣ ਬਾਹਲੇ ਲੋਕਾਂ ਦਾ ਖਿਆਲ ਹੈ ਕਿੱਥੇ ਹੈ, ਉਹ ਕਹਿਣਗੇ ਜਾਂ ਮੰਦਿਰ 'ਚ ਰਹਿੰਦਾ, ਜਾਂ ਮਸਜਿਦ 'ਚ ਰਹਿੰਦਾ, ਜਾਂ ਗਿਰਜੇ ਘਰ 'ਚ ਰਹਿੰਦਾ, ਜਾਂ ਉਹ ਸਰੋਵਰਾਂ 'ਚ ਰਹਿੰਦਾ, ਪਾਣੀਆਂ 'ਚ ਰਹਿੰਦਾ, ਜਾਂ ਉਹ ਪਹਾੜਾਂ 'ਚ ਰਹਿੰਦਾ। ਭਾਈ ਸਾਹਿਬ, ਉਹ ਜਿਹੜਾ ਹੈਗਾ ਉਹ ਸਾਡੇ ਅੰਦਰ ਹੈ। ਇਸੇ ਕਰਕੇ ਤੁਲਸੀ ਸਾਹਿਬ ਨੇ ਕਿਹਾ ਸੀ, ਕਿਉਂ ਭਟਕਤਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ में, रास्ता शाह रग में है दिल भर पे जाने के लिए। ਜਿੱਧਰ ਮਰਜੀ ਤੁਸੀਂ ਭੜਕੀ ਜਾਓ, ਜਿੱਧਰ ਮਰਜੀ ਜਾਈ ਜਾਓ। ਇਹ ਠੀਕ ਹੈ ਵੀ ਥੋੜੀ ਜਿਹੀ ਸ਼ਾਂਤੀ ਮਨ ਦੀ ਆ ਜਾਂਦੀ ਹੈ, ਪਰ ਜਿਹੜੀ ਅਸਲੀ ਸ਼ਾਂਤੀ ਆ ਉਹ ਬਾਹਰੋਂ ਤੁਹਾਨੂੰ ਪਰਮਾਤਮਾ ਅੱਜ ਤੱਕ ਨਹੀਂ ਲੱਭਿਆ। ਇਸੇ ਕਰਕੇ ਪਲਟੂ ਸਾਹਿਬ ਨੇ ਕਿਹਾ ਸੀ, ਵਾਈ ਆਰ ਯੂ ਕਰਾਈਂਗ ਓ ਲਾਰਡ, ਓ ਲਾਰਡ, ਦ ਲਾਰਡ ਇਜ਼ ਰਾਈਟ ਦੇਅਰ ਵਿਦਿਨ ਯੂ। ਪਰਮਾਤਮਾ ਕਹੀਏ ਨਾ, ਅੱਲਾ ਅੱਲਾ, ਛੇਨੇ ਖੜਕਾਈਆਂ ਨੇ, ਛੇਨੇ ਖੜਕਾਈਆਂ ਨੇ, ਛੇਨੇ ਖੜਕਾਈਆਂ ਨੇ। ਪਰਮਾਤਮਾ ਸਾਡੇ ਅੰਦਰ ਹੈ, ਜਦੋਂ ਮਿਹਨਤ ਕਰਾਂਗੇ ਅੰਦਰੋਂ ਹੀ ਲੱਭਾਂਗੇ। ਸੋ ਇਸੇ ਕਰਕੇ ਜਿਵੇਂ ਮੈਂ ਪਹਿਲਾਂ ਕਿਹਾ ਸੀ, ਇਸ ਗੁਫਾ ਮੇਂ ਅਖੁੱਟ ਭੰਡਾਰਾ, ਤਿਸ ਵਿੱਚ ਬਸੇ ਹਰ ਅਲਖ ਪਾਰਾ, ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸ਼ਬਦੀ, ਗੁਰਮਤੀ ਸ਼ਬਦ ਸੁਣਾਵਣੇ। ਇਹਦਾ ਮਤਲਬ ਹੈ ਕਿ ਉਹ ਗੁਪਤ ਹੈ ਤੇ ਪ੍ਰਗਟ ਹੈ। ਜਦੋਂ ਮਿਹਨਤ ਕਰ ਲੈਣੇ, ਜਿਹੜਾ ਛੁਪੀ ਚੀਜ਼ ਹੈ ਉਹ ਲੱਭ ਲੈਣੇ, ਉਹ ਪ੍ਰਗਟ ਹੋ ਜਾਂਦਾ। ਜਦੋਂ ਪ੍ਰਗਟ ਹੋ ਜਾਂਦਾ, ਜਿਵੇਂ ਨਾਮਦੇਵ ਨੂੰ ਪ੍ਰਗਟ ਹੋ ਗਿਆ ਸੀ, ਨਾਮਦੇਵ ਜੀ ਨੂੰ, ਤੇ ਉਹ ਕੁੱਤੇ ਨੂੰ ਵੀ ਕਹਿੰਦੇ ਸੀ, ਸਵਾਮੀ ਤੂੰ ਆ ਰੁੱਖੀ ਰੋਟੀ ਕਿਉਂ ਖਾ ਲੈ ਕੇ ਜਾ ਰਿਹਾ, ਮੈਨੂੰ ਚੋਪੜ ਦਾ ਲੈਣ। ਤੇ ਉਹ ਕੁੱਤੇ ਦੇ ਵਿੱਚ ਵੀ ਰੱਬ ਨਜ਼ਰ ਆਉਂਦਾ ਸੀਗਾ। ਸੋ ਇਸ ਕਰਕੇ ਸਿੰਪਲ ਗੱਲ ਹੈ ਕਿ ਪਰਮਾਤਮਾ ਜਿਹੜਾ ਹੈਗਾ ਉਹ ਸਾਡੇ ਅੰਦਰ ਹੈ। ਪਰ ਸਵਾਲ ਹੈ ਵੀ ਇਫ ਦ ਗੋਡ ਰੈਜ਼ਾਈਡਸ ਵਿਦਿਨ ਆਵਰ ਬਾਡੀ, ਡਾਕਟਰ ਇੰਨਾ ਚੀਰ ਫਾੜ ਕਰਦੇ ਨੇ, ਬ੍ਰੇਨ ਦਾ ਚੀਰ ਫਾੜ ਕਰਦੇ ਨੇ, ਸਰਜਰੀਆਂ ਕਰਦੇ ਨੇ, ਹਾਰਟ ਦੀਆਂ ਸਰਜਰੀਆਂ ਕਰਦੇ ਨੇ, ਅੱਜ ਤੱਕ ਉਹਨਾਂ ਨੂੰ ਤਾਂ ਲੱਭਿਆ ਨਹੀਂ। ਕਿਉਂ? ਕਿਉਂਕਿ ਦੈਟ ਇਜ਼ ਸਪਿਰਿਚੁਅਲ ਸਬਸਟੈਂਸ, ਇਟਸ ਨਾਟ ਅ ਫਿਜ਼ੀਕਲ ਸਬਸਟੈਂਸ। ਅਸੀਂ ਇਹਨੂੰ ਫੀਲ ਕਰ ਸਕਦੇ ਹਾਂ, ਹਾਂਜੀ, ਪਰ ਇਹਦੀ ਸਰਜਰੀ ਨਹੀਂ ਹੋ ਸਕਦੀ। ਸੋ ਇਸ ਕਰਕੇ ਪ੍ਰਮਾਤਮਾ ਸਾਡੇ ਅੰਦਰ ਹੈ, ਪਰ ਦਿਸਦਾ ਕਿਉਂ ਨਹੀਂ? ਦਿਸਦਾ ਇਸ ਕਰਕੇ ਨਹੀਂ ਵੀ ਇਹਦੇ ਵਿੱਚ ਹਉਮੈ ਆ ਸਾਡੇ 'ਚ। ਏਕਾ ਸੰਗਤ ਇਕਤ ਗ੍ਰਹਿ ਬਸਤੇ, ਮਿਲ ਬਾਤ ਨਾ ਕਰਤੇ ਪਾਈ, ਅੰਤਰ ਅਲਖ ਨਾ ਜਾਏ ਲਖਿਆ, ਵਿੱਚ ਹਉਮੈ ਪੜਦਾ ਪਾਈ। ਇਹ ਜਿਹੜਾ ਸਾਡੇ ਹਉਮੈ ਹੈ ਨਾ ਕਿ ਮੈਂ ਜਿਹੜੀ ਸਾਰਾ ਦਿਨ ਮੈਂ ਕਰਦੇ ਰਹਿਣੇ ਭੇਡ ਵਾਂਗੂ, ਉਹਦੇ ਕਰਕੇ ਸਾਡਾ ਔਖਾ। ਜਦੋਂ ਅਸੀਂ ਕਹਿੰਦੇ ਮੇਰਾ ਮੁੰਡਾ, ਮੇਰੀ ਕੁੜੀ, ਮੇਰੇ ਭਤੀਜੇ ਡਾਕਟਰ ਬਣ ਗਏ, ਆਹ ਮੇਰੀ ਵੱਡੀ ਕੋਠੀ, ਉਹ ਵੀ ਮੇਰੀ ਕੋਠੀ, ਆਹ ਵੀ ਮੇਰੀ ਕੋਠੀ, ਆਹ ਮੇਰਾ ਮਕਾਨ, ਆਹ ਮੇਰੀ ਪੋਰਸ਼, ਆਹ ਮੇਰੀ ਰੇਂਜ ਰੋਵਰ, ਆਹ ਮੇਰੀ ਮਰਸਡੀ, ਆਹ ਮੇਰੀ BMW। ਇਹ ਜਿਹੜਾ ਮੈਂ ਕਰੀਏ ਨਾ, ਸਾਡਾ ਹੈ ਕੁਛ ਨਹੀਂ ਹੈ।
ਇਸੇ ਕਰਕੇ ਜਿੰਨਾ ਚਿਰ ਸਾਡੀ ਮੈਂ ਹੈਗੀ ਆ ਨਾ, ਈਗੋ ਸਾਡੇ ਵਿੱਚ ਬੋਲਦੀ ਹੈ, ਇਸ ਕਰਕੇ ਪਰਮਾਤਮਾ ਦੇ ਦਰਸ਼ਨ ਨਹੀਂ ਹੁੰਦੇ। ਕਿਉਂ? ਸਿੰਪਲ ਤਰੀਕੇ ਨਾਲ, ਜੇ ਆਪਣੇ ਦੁੱਧ ਪਾਉਣਾ ਹੋਵੇ ਕਿਸੇ ਭਾਂਡੇ ਦੇ ਵਿੱਚ, ਤੇ ਭਾਂਡੇ 'ਚ ਪਹਿਲਾਂ ਮਿੱਟੀ ਪਈ ਹੈ, ਕੋਈ ਗੰਦ ਪਿਆ, ਤੁਸੀਂ ਦੁੱਧ ਪਾਉਣੇ ਹੋ ਕਦੇ? ਤੁਸੀਂ ਕਹਿੰਦੇ ਹੋ ਪਹਿਲਾਂ ਭਾਂਡੇ ਨੂੰ ਮਾਂਜ ਲਓ। ਆਪਾਂ ਰੋਟੀ ਵੀ ਸ਼ਾਮ ਨੂੰ ਖਾਂਦੇ ਆ ਕਿ ਨਹੀਂ ਖਾਂਦੇ? ਪਹਿਲਾਂ ਭਾਂਡੇ ਸਾਫ਼ ਕਰਕੇ ਫਿਰ ਅਸੀਂ ਉਹਦੇ ਸਬਜ਼ੀ ਪਾਉਣੇ। ਸੋ ਇਸੇ ਕਰਕੇ ਜਿਹੜਾ ਸਾਡਾ ਸਰੀਰ ਹੈ, ਇਹਦੇ ਵਿੱਚ ਤਾਂ ਨਫ਼ਰਤਾਂ ਪਈਆਂ ਨੇ, ਹੇਰਾ ਫੇਰੀਆਂ ਪਈਆਂ ਨੇ, ਨਿੰਦਿਆ ਚੁਗਲੀ ਪਈ ਹੈ, ਧਰਮਾਂ ਦਾ ਰੌਲਾ ਪਿਆ ਹੈ, ਨਫ਼ਰਤਾਂ ਪਈਆਂ ਨੇ। ਜਦੋਂ ਸਾਰਾ ਭਰਿਆ ਹੀ ਪਿਆ ਸਾਡਾ ਸਾਰਾ ਸਰੀਰ ਦੇ ਵਿੱਚ, ਰੱਬ ਦਾ ਨਾਂ ਕਿੱਥੋਂ ਪਊਗਾ? ਪਹਿਲਾਂ ਸਾਨੂੰ ਇਹਨਾਂ ਨੂੰ ਖਾਲੀ ਕਰਨਾ ਪਊ ਆਪਣਾ ਭਾਂਡਾ। ਦਿਲ ਕਾ ਹੁਜਰਾ ਸਾਫ਼ ਕਰ, ਜਾना के आने के लिए, ध्यान गैरों का उठा, इसको बिठाने के लिए। ਜਿਹੜੇ ਦੂਜੇ ਗੈਰਾਂ ਦਾ ਧਿਆਨ ਹੈ ਨਾ, ਜਿੰਨਾ ਚਿਰ ਤੂੰ ਉਧਰੋਂ ਡਿਟੈਚ ਨਹੀਂ ਹੁੰਦਾ, ਉਨਾ ਚਿਰ ਤੱਕ ਤੂੰ ਕਿੱਥੇ ਪਰਮਾਤਮਾ ਨੂੰ ਬਿਠਾਏਗਾ। ਜਿਹੜਾ ਕੁੱਤਾ ਵੀ ਹੈ ਨਾ, ਕੁੱਤਾ ਵੀ ਜ਼ਮੀਨ ਤੇ ਬੈਠਦਾ, ਉਹ ਵੀ ਪੂੰਛ ਨਾਲ ਪਹਿਲਾਂ ਜ਼ਮੀਨ ਸਾਫ਼ ਕਰਦਾ ਹੁੰਦਾ। ਤੇ ਅਸੀਂ ਪਰਮਾਤਮਾ ਨੂੰ ਬਿਠਾਉਣਾ ਚਾਹੀਦਾ, ਅੰਦਰ ਸਾਡੇ ਗੰਦ ਹੀ ਗੰਦ ਭਰਿਆ ਪਿਆ। ਸੋ ਜਿੰਨਾ ਚਿਰ ਅਸੀਂ ਗੰਦ ਸਾਫ਼ ਨਹੀਂ ਕਰਦੇ, ਆਪਣੀ ਈਗੋ ਸਾਫ਼ ਨਹੀਂ ਕਰਦੇ, ਉਹਨਾਂ ਚਿਰ ਤੱਕ ਪਰਮਾਤਮਾ ਨੂੰ ਅਸੀਂ ਸਾਕਸ਼ਾਤ ਦਰਸ਼ਨ ਨਹੀਂ ਕਰ ਸਕਦੇ। ਜਿਸ ਤਰ੍ਹਾਂ ਮੁਰਗਾਬੀ ਨਹੀਂ ਹੁੰਦੀ, ਮੁਰਗਾਬੀ ਇੱਕ ਜਾਨਵਰ ਹੈ, ਉਹ ਪਾਣੀ ਵਿੱਚ ਰਹਿੰਦੀ ਹੈ, ਖੁਸ਼ਕ ਪਾਣੀ ਦੇ ਵਿੱਚ ਰਹਿੰਦੀ ਹੈ, ਪਰ ਪਾਣੀ ਨਾਲ ਪੱਖ ਨਹੀਂ ਹੁੰਦੇ, ਖੁਸ਼ਕ ਪਰਾਂ ਉੱਡ ਜਾਂਦੀ ਹੈ। ਕਮਲ ਦਾ ਫੁੱਲ ਆ, ਉਹ ਵੀ ਪਾਣੀ 'ਚ ਹੁੰਦਾ, ਪਰ ਉੱਪਰੋਂ ਦੇ ਦੇਖੋ ਕਿੰਨਾ ਵਧੀਆ ਫੁੱਲ ਹੁੰਦਾ। ਇਸੇ ਤਰ੍ਹਾਂ ਹੀ ਅਸੀਂ ਦੁਨੀਆ ਵਿੱਚ ਰਹਿਣਾ। ਇਹ ਨਹੀਂ ਵੀ ਕੋਈ ਜੰਗਲਾਂ 'ਚ ਪਹਾੜਾਂ 'ਚ ਛੁਪ ਜਾਓ, ਜਾਂ ਕੋਈ ਘਰ ਬੱਚਿਆਂ ਨੂੰ ਛੱਡਿਓ, ਕੋਈ ਡਾਈਵੋਰਸ ਕਰਕੇ ਲੱਗ ਜਾਓ, ਇਸ ਤਰ੍ਹਾਂ ਨਹੀਂ ਮਿਲਣਾ। ਕਿਉਂਕਿ ਰਹਿਣਾ ਆਪਾਂ ਨੂੰ ਪਰਿਵਾਰ 'ਚ ਹੈ, ਲੇਕਿਨ ਸਾਨੂੰ ਉਧਰ ਅਟੈਚਮੈਂਟ, ਜਿਹੜੀ ਲਗਾਵ ਹੈ ਨਾ, ਉਹ ਦੁਨੀਆ ਨਾਲ ਘਟਾਉਣਾ ਚਾਹੀਦਾ, ਘਟਾ ਕੇ ਉਧਰਲੇ ਪਾਸੇ ਲਗਾਓ ਲਾਉਣਾ ਚਾਹੀਦਾ, ਉਧਰ ਅਟੈਚਮੈਂਟ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਇੱਕ ਭਿਖਾਰੀ ਨੂੰ, ਜਿਹੜਾ ਕੋਈ ਬੈਗਰ ਹੈ, ਉਹਨੂੰ ਕਹੋ ਵੀ ਉਹਦੇ ਹੱਥ 'ਚ ਪੰਜੀਆਂ ਦਸੀਆਂ ਨੇ, ਉਹ ਦੇ ਦੇ, ਉਹਦੇ ਕੋਲ ਸਾਰੀ ਜਾਇਦਾਦ ਹੋਊਗੀ, ਤੁਹਾਨੂੰ ਮਾਰ ਦੂ ਜੇ ਤੁਸੀਂ ਖੋਹ ਕੇ ਦੇਖ ਲਓ। ਪਰ ਜੇ 100 ਦਾ ਨੋਟ ਉਹਦੇ ਹੱਥ 'ਚ ਦੇ ਦਿਓਗੇ, ਉਹਨੂੰ ਪਤਾ ਵਧੀਆ ਚੀਜ਼ ਮਿਲ ਗਈ, ਉਹਨੇ ਕਹਿੰਦਾ ਲੈ ਜਾ, 2 ਰੁਪਏ ਦੀ ਭਾਣੀ ਹੈ। ਸੋ ਇਸੇ ਤਰ੍ਹਾਂ ਹੀ ਜਦੋਂ ਅਸੀਂ ਅੰਦਰ ਮਿਹਨਤ ਕਰਾਂਗੇ, ਸਾਨੂੰ ਅੰਦਰੋਂ ਆਨੰਦ ਆਊਗਾ। ਫਿਰ ਅਸੀਂ ਟੀਵੀ ਨਹੀਂ ਦੇਖਦੇ, ਫਿਰ ਅਸੀਂ ਡਰਾਮੇ ਨਹੀਂ ਦੇਖਦੇ, ਫਿਰ ਅਸੀਂ ਨਿੰਦਿਆ ਨਹੀਂ ਕਰਦੇ, ਅਸੀਂ ਚੁਗਲੀ ਨਹੀਂ ਕਰਦੇ, ਫਿਰ ਫੋਨ ਨਹੀਂ ਖੜਕਦੇ, ਫਿਰ ਅਸੀਂ ਰਿਸ਼ਤੇਦਾਰਾਂ ਦੇ ਮਗਰ ਨਹੀਂ ਭੱਜੇ ਫਿਰਦੇ। ਮੇਰੀ ਫੂਫੀ ਦਾ ਵਿਆਹ, ਮੇਰੇ ਚਾਚੇ ਦਾ ਵਿਆਹ ਮੁੰਡਾ, ਉਹ ਕਹਿੰਦਾ ਜਾਣਾ ਦੁਨੀਆਦਾਰੀ ਕਰਨੀ ਹੈ, ਪਰ ਘੱਟ ਤੋਂ ਘੱਟ ਰਹੋ, ਉੱਥੇ ਵੀ ਬੈਠ ਕੇ ਪਾਠ ਕਰੋ। ਠੀਕ ਹੈ ਨਾ ਜੀ। ਸੋ ਇਸ ਕਰਕੇ ਸਾਡਾ ਜਿਹੜੀ ਅਟੈਚਮੈਂਟ ਹੈ ਨਾ, ਉਹ ਹਮੇਸ਼ਾ ਅੰਦਰੋਂ ਹੀ ਹੋਏਗੀ। ਸੋ ਇਸੇ ਕਰਕੇ ਤਾਂ ਕਹਿੰਦਾ ਦਾ ਲੇਨ ਆਫ ਲਵ ਇਜ਼ ਸੋ ਨੈਰੋ, ਜਿਹੜੀ ਉਹ ਕਹਿੰਦੇ ਸੜਕ ਦੇ ਉੱਤੇ ਲੇਨ ਹੁੰਦੀ ਹੈ, ਇਸ ਲਈ ਜਿਹੜੀ ਸਾਡੇ ਅੰਦਰ ਲੇਨ ਹੈ ਸਾਹ ਰਗ ਦੇ ਵਿੱਚ ਦੀ, ਸੁਖਮਨਾ ਨੜੀ ਦੇ ਵਿੱਚ ਦੀ, ਦਾ ਲੇਨ ਆਫ ਲਵ ਇਜ਼ ਸੋ ਨੈਰੋ that it cannot contain two। ਦੋ ਚੀਜ਼ਾਂ ਨਹੀਂ ਆ ਸਕਦੀਆਂ ਵੀ ਈਗੋ ਵੀ ਚਲੀ ਜਾਵੇ ਤੇ ਪਿਆਰ ਵੀ ਚਲਾ ਜਾਵੇ। ਨੋ ਨੋ ਨੋ, ਇੱਕੋ ਹੀ ਜਾਓ। if I am he is, if I am he is not। ਜੇ ਮੈਂ ਕਰਦਾ ਫਿਰ ਪਰਮਾਤਮਾ ਨਹੀਂ ਹੁੰਦਾ। and if he is then I am not। ਜਦੋਂ ਪਰਮਾਤਮਾ ਬਸ ਗਿਆ, ਫਿਰ ਸਾਡੀ ਈਗੋ ਸਾਰੀ ਖਾਲੀ ਹੋ ਜਾਂਦੀ ਹੈ। ਹੁਣ ਇਹ ਹੈ ਵੀ ਜੇ ਪਰਮਾਤਮਾ ਸਾਡੇ ਅੰਦਰ ਹੈ, ਕਿਉਂਕਿ ਟਾਈਮ ਵੀ ਆਪਾਂ ਨੂੰ ਛੇਤੀ ਸਮਰਾਈਜ਼ ਕਰਨੀ ਹੈ, ਤੇ ਪਰਮਾਤਮਾ ਮਿਲੂਗਾ ਕਿਵੇਂ? ਸਿੰਪਲ ਤਰੀਕਾ ਹੈ। ਜਿਹੜੀ ਵੀ ਚੀਜ਼ ਦਾ ਸਾਨੂੰ ਗਿਆਨ ਲੈਣਾ ਹੁੰਦਾ ਹੈ, ਉਹ ਗਿਆਨ ਸਾਡੇ ਅੰਦਰ ਹੁੰਦਾ ਹੈ। ਜਿਸ ਤਰ੍ਹਾਂ ਅਸੀਂ ਟੀਚਰ ਤੋਂ ਹੈ, ਵਿਦਿਆ ਦੀ ਅਕਲ ਸਾਡੇ ਕੋਲ ਹੈ, ਟੀਚਰ ਨੇ ਕੋਈ ਘੋਲ ਕੇ ਨਹੀਂ ਪਾਇਆ ਸਾਨੂੰ, ਕੋਈ ਸਕੰਜਮੀ ਜਿਹੀ ਬਣਾਤੀ ਵੀ ਆਹ ਲੈ ਵੀ ਤੈਨੂੰ ਪਾਣੀ 'ਚ ਘੋਲਦੀਆਂ, ਕਿਤਾਬਾਂ ਘੋਲਦੀਆਂ, ਪੀ ਲੈ ਹੁਣ ਤੂੰ ਡਾਕਟਰ ਬਣ ਗਿਆ, ਤੂੰ ਪੀ ਲੈ IT ਬਣ ਗਿਆ। ਨਹੀਂ, ਉਹਨਾਂ ਨੇ, ਕਿਉਂਕਿ ਉਹਨਾਂ ਨੂੰ ਆਲਰੇਡੀ ਤਜਰਬਾ ਹੋਇਆ ਹੁੰਦਾ, ਉਹ ਸਾਨੂੰ ਗੁਰਮੰਤਰ ਦਿੰਦੇ ਨੇ, ਉਹ ਸਾਨੂੰ ਗਾਈਡ ਕਰਦੇ ਨੇ। ਸੋ ਉਹ ਗਾਈਡ ਤੋਂ ਜਦੋਂ ਅਸੀਂ ਪ੍ਰੈਕਟੀਕਲ ਅਮਲ ਕਰ ਦਿੰਦੇ ਹਾਂ, ਤੇ ਫਿਰ ਅਸੀਂ ਫਾਇਦਾ ਉਠਾਉਂਦੇ ਹਾਂ। ਅਸੀਂ ਵੀ ਡਾਕਟਰ ਬਣ ਜਾਂਦੇ, ਅਸੀਂ ਵੀ ਵਕੀਲ ਬਣ ਜਾਂਦੇ, ਅਸੀਂ ਵੀ IT ਬਣ ਜਾਂਦੇ, ਅਸੀਂ ਮਿਨਿਸਟਰ ਬਣ ਜਾਂਦੇ, ਅਸੀਂ ਵੀ ਸੰਤ ਬਣ ਸਕਦੇ ਹਾਂ। ਸੋ ਉਹ ਜਿਹੜੇ ਦੁਨੀਆ ਦੇ ਬਾਹਰ ਜਿਹਨੂੰ ਗਾਈਡ ਕਰਦੇ, ਇਫ ਯੂ ਗੋ ਫਾਰ ਏ ਹਜ, ਟੇਕ ਏ ਹਾਜੀ ਵਿਦ ਯੂ। ਜਦੋਂ ਕਦੇ ਹਜ ਕਰਨ ਜਾਂਦੇ ਹਾਂ, ਹਾਜੀ ਲੈ ਜਾਓਗੇ, ਤੁਸੀਂ ਆਸਾਨੀ ਨਾਲ ਸਮਝ ਲਓ। ਆਪਾਂ ਰਾਜਸਥਾਨ ਦੇ ਵਿੱਚ ਟੂਰ ਕਰਨ ਜਾਂਦੇ ਹਾਂ, ਆਪਾਂ ਤਾਮਿਲਨਾਡੂ ਜਾਂਦੇ ਹਾਂ, ਉੱਥੇ ਆਪਾਂ ਨੂੰ ਗਾਈਡ ਮਿਲ ਜਾਂਦਾ, ਉਹ ਸਾਨੂੰ ਫਟਾਫਟ ਸਮਝਾਉਂਦਾ ਵੀ ਆਹ ਬਿਲਡਿੰਗ ਹੈ, ਉਦੋਂ ਬਣੀ, ਇੱਥੇ ਬਣੀ, ਆਹ ਰਸਤਾ ਹੈ, ਉਹ ਰਸਤਾ ਹੈ, ਕਿਉਂਕਿ ਉੱਥੇ ਉਹਦਾ ਭੇਤੀ ਹੈ। ਇਸੇ ਤਰ੍ਹਾਂ ਜਿਹੜਾ ਅੰਦਰ ਦਾ ਭੇਤੀ ਅੰਦਰ ਮਿਹਨਤ ਕਰਦਾ ਹੈ, ਉਹ ਸਾਨੂੰ ਭੇਤੀ ਦੀ ਲੋੜ ਹੈ। ਉਸੇ ਕਰਕੇ ਕਹਿੰਦੇ ਨਾ, ਮੁਰਸ਼ਿਦ ਦੀ ਲੋੜ ਹੈ, ਕਾਮਲ ਮੁਰਸ਼ਿਦ ਦੀ ਲੋੜ ਹੈ। ਜੇ ਤੁਸੀਂ ਅੰਦਰੋਂ ਪਰਮਾਤਮਾ ਨੂੰ ਪਾਉਣਾ ਹੈ, ਕਾਮਲ मुर्शिद कामिल से मिल, सिद्क और सबूरी से है तकी, जो तुझे देगा फहम शाह राग के पाने के लिए, गोशे वादन हो कुशादा, जो करे कुछ दिन अमल, ला इलाह अल्लाहु अकबर पे जाने के लिए। ਇਹਦਾ ਮਤਲਬ ਮੁਰਸ਼ਿਦ ਕਾਮਿਲ ਸੇ ਮਿਲ, ਕੋਈ ਇਹੋ ਜਿਹਾ ਬੰਦਾ ਲੱਭ, ਮੁਰਸ਼ਿਦ ਲੱਭ, ਕਿਹੜਾ ਕਾਮਲ ਹੋਵੇ, ਪਰਫੈਕਟ ਮਾਸਟਰ ਹੋਵੇ, ਜਿਹੜਾ ਅੰਦਰ ਰੋਜ਼ ਹੀ ਜਾਂਦਾ ਹੋਵੇ। ਜਿਵੇਂ ਸੇਂਟ ਜੌਨ ਨੇ ਕਿਹਾ ਸੀ, ਆਈ ਡਾਈ ਡੇਲੀ, ਮੈਂ ਤਾਂ ਰੋਜ਼ ਹੀ ਜਾਂਦਾ ਅੰਦਰ। ਸੋ ਇਸ ਕਰਕੇ ਸਿੱਧਕ ਔਰ ਸਬੂਰੀ ਸੇ ਤਕੀ, ਐਵੇਂ ਨਾ ਵੀ ਤੂੰ ਉਹਨੂੰ ਪਰਖਣ ਦੀ ਘੜੀ ਲਾ ਵੀ ਇਹ ਤਾਂ ਜੀ ਹਰੀਜਨ ਹੈ ਜੀ, ਇਹ ਮੇਰਾ ਕਿਵੇਂ ਜੀ, ਇਹ ਸਰਦਾਰ ਹੈ ਜੀ, ਇਹ ਹਿੰਦੂ ਹੈ ਜੀ, ਇਹ ਬਾਣੀ ਹੈ ਜੀ, ਇਹਦਾ ਕੋਟ ਪਾਈ ਫਿਰਦਾ ਜੀ, ਇਹਦੇ ਚਿੱਟੇ ਕੱਪੜੇ ਪਾਈ ਫਿਰਦਾ। ਨਹੀਂ, ਆਪਾਂ ਕਹਿੰਦੇ ਹਾਂ ਜਾਤ ਨਾ ਪੁੱਛੋ ਸਾਧ ਕੀ, ਪੁੱਛ ਲੀਜੀਏ ਗਿਆਨ, ਮੋਲ ਕਰੋ ਤਲਵਾਰ ਕਾ, ਪੜਾ ਰਹਿਣ ਦੋ ਮਿਆਨ। ਜਿਸ ਤਰ੍ਹਾਂ ਅਸੀਂ ਟੀਚਰ ਦੀ ਕਦੇ ਜਾਤ ਪਾਤ ਨਹੀਂ ਨਾ ਦੇਖੀ, ਜਿਸ ਤਰ੍ਹਾਂ ਜੋ ਤਲਵਾਰ ਹੀ ਇੰਪੋਰਟੈਂਟ ਹੈ ਕਮਾ ਉਹ ਜਿਹੜੀ ਮਿਆਨ ਦੇ ਨਾਲੋਂ, ਜਿਸ ਤਰ੍ਹਾਂ ਸੋਨੇ ਦੇ ਗਹਿਣੇ ਇੰਪੋਰਟੈਂਟ ਨੇ ਡੱਬੇ ਦੇ ਨਾਲੋਂ, ਇਸੇ ਤਰ੍ਹਾਂ ਜਿਹੜਾ ਗਿਆਨ ਹੈ
ਗੁਰੂ ਦੇ ਕੋਲੇ ਅੰਦਰ ਲਾ, ਉਹ ਇੰਪੋਰਟੈਂਟ ਹੈ, ਜਾਤ ਪਾਤ ਨਹੀਂ। ਮੁਰਸ਼ਿਦੇ ਕਾਮਿਲ ਸੇ ਮਿਲ, ਸਿਦਕ ਔਰ ਸਬੂਰੀ ਸੇ ਤਕੀ, ਪਿਆਰ ਦੇ ਨਾਲ, ਵਿਸ਼ਵਾਸ ਦੇ ਨਾਲ ਕਿ ਮੈਂ ਇਹਦੋਂ ਕੁਝ ਖੱਟਣਾ ਲੈਣਾ। ਜੇ ਟੀਚਰ ਨੂੰ ਅਸੀਂ ਪਰਖ ਨਹੀਂ ਜਾਵਾਂਗੇ ਤੇ ਫਿਰ ਅਸੀਂ ਕੱਖ ਨਹੀਂ ਲੈ ਕੇ ਆਉਣਾ। ਟੀਚਰ ਦੇ ਵਿੱਚ ਵਿਸ਼ਵਾਸ ਕਰਕੇ ਆਨੇ ਵੀ ਇਹਨੂੰ ਪਤਾ ਹੈ। ਸੋ ਜਦੋਂ ਪਿਆਰ ਨਾਲ, ਵਿਸ਼ਵਾਸ ਨਾਲ, ਸਬਰ ਦੇ ਨਾਲ ਜਾਂਦੇ ਆ, ਉਹਨੂੰ ਮਿਲ ਜੋ ਤੁਝੇ ਦੇਗਾ ਫਹਿਮ, ਜਿਹੜਾ ਤੈਨੂੰ ਅੰਦਰਲਾ ਭੇਦ ਦਊਗਾ, ਸ਼ਹ ਰੱਖ ਕੇ ਪਾਣੇ ਕੇ ਲਈ, ਕਿ ਤੂੰ ਅੰਦਰ ਕਿਵੇਂ ਜਾਣਾ ਹੈ, ਪਰਮਾਤਮਾ ਦੇ ਅੰਦਰ ਦਰਸ਼ਨ ਕਿਵੇਂ ਕਰਨੇ ਆ। ਗੋਸ਼ੇ ਬਾਦਨ ਹੋ ਕੁਸ਼ਾਦਾ, ਫਿਰ ਤੇਰੀਆਂ ਅੰਦਰਲੀਆਂ ਅੱਖਾਂ ਖੁੱਲਣਗੀਆਂ, ਫਿਰ ਤੇਰੇ ਅੰਦਰਲੇ ਕੰਨ ਖੁੱਲਣਗੇ। ਜੋ ਕਰੇ ਕੁਛ ਦਿਨ ਅਮਲ, ਜਦੋਂ ਤੂੰ ਹੌਲੀ ਹੌਲੀ ਪ੍ਰੈਕਟਿਸ ਕਰਦਾ, ਕੁਛ ਦਿਨ ਅਮਲ ਕਰਦਾ, ਅੰਦਰਲੀਆਂ ਕੰਨ ਖੋਲ ਲੈਣਾ, ਅੰਦਰਲੀਆਂ ਅੱਖਾਂ ਖੋਲ ਲੈਣੀਆਂ। ਲਾ ਇਲਾਹ ਅੱਲਾਹੂ ਅਕਬਰ ਪੇ ਜਾਣੇ ਕੇ लिए, ਫਿਰ ਤੂੰ ਉਸ ਅੱਲਾ ਨੂੰ, ਉਹ ਸੁਪਰੀਮ ਪਾਵਰ ਨੂੰ ਜਾ ਕੇ ਮਿਲ ਸਕਦਾ ਹੈ। ਕਿਹਦੇ ਥਰੂ? ਗੁਰੂ ਦੇ ਥਰੂ। ਮਿਹਨਤ ਤੈਨੂੰ ਆਪ ਕਰੂ, ਗੁਰੂ ਤੈਨੂੰ ਜਿਹੜੀ ਗਾਈਡ ਕਰੂਗਾ। ਇਸੇ ਕਰਕੇ ਆਪਣੇ ਹਿੰਦੂ ਸ਼ਾਸਤਰਾਂ 'ਚ ਕਿਹਾ ਨਹੀਂ ਜਾਂਦਾ, ਗੁਰੂ ਬ੍ਰਹਮਾ, ਗੁਰੂ ਵਿਸ਼ਨੂੰ, ਗੁਰੂ ਦੇਵੋ ਮਹਾਸ਼ਵਰੇ, ਗੁਰੂ ਸਾਖਸ਼ਾਤ ਪਾਰ ਬ੍ਰਹਮ ਤਿੰਨੇ ਗੁਰਨਮਾ। ਸੋ ਇਹ ਗੁਰੂ ਦੀ ਇੰਪੋਰਟੈਂਸ ਹੈ। ਗੁਰੂ ਤਾਂ ਰਾਮਚੰਦਰ ਜੀ ਨੂੰ ਵੀ ਧਾਰਨ ਕਰਨਾ ਪਿਆ, ਗੁਰੂ ਤਾਂ ਕ੍ਰਿਸ਼ਨ ਜੀ ਨੂੰ ਵੀ ਧਾਰਨ ਕਰਨਾ। ਗੁਰੂ ਤੋਂ ਬਿਨਾ ਕੋਈ ਨਹੀਂ ਹੈ। ਮਤ ਕੋਈ ਭਰਮ ਭੁੱਲੇ ਸੰਸਾਰ, ਗੁਰੂ ਬਿਨ ਕੋਈ ਨਾ ਉਤਰਸ ਪਾਰ। ਕੋਈ ਇਸ ਸੰਸਾਰ ਦੇ ਲੋਕ ਭੁਲੇਖੇ 'ਚ ਨਾ ਰਹਿਣ ਕਿ ਗੁਰੂ ਤੋਂ ਬਿਨਾ ਆਪਣੇ ਆਪ ਹੀ ਕੰਮ ਚੱਲ ਜੂਗਾ। ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਏਤਾ ਚਾਨਣ ਹੁੰਨਿਆ ਗੁਰ ਬਿਨ ਕੋ ਨਿਦਾਨ। ਚਾਹੇ 1000 ਸੂਰਜ ਚੜ ਜੇ, ਚੰਦਰਮਾ ਚੜ ਜੇ, ਜਿੰਨਾ ਚਿਰ ਗੁਰੂ ਨਹੀਂ ਹੈ ਫਿਰ ਹਨੇਰਾ ਹੀ ਹਨੇਰਾ। ਹੁਣ ਹੈਗਾ, ਗੁਰੂ ਨੇ ਸਾਨੂੰ ਮੰਤਰ ਦਿੱਤਾ, ਮਿਹਨਤ ਤੁਸੀਂ ਕੀਤੀ। ਜਦੋਂ ਤੁਸੀਂ ਮਿਹਨਤ ਕੀਤੀ, ਜੇ ਤੁਸੀਂ ਪਰਮਾਤਮਾ ਦੇ ਦਰਸ਼ਨ ਕਰਨੇ ਆ, ਉਦੋਂ ਹੀ ਕਰੋਗੇ ਜਿੰਨਾ ਚਿਰ ਤੁਹਾਡੇ ਸਾਹ ਚੱਲਦੇ ਨੇ। ਜਦੋਂ ਨਿਕਲ ਗਿਆ ਮੇਰਾ ਸਾਹ ਸੱਜਣਾ, ਫਿਰ ਆ ਤੇ ਭਾਵੇਂ ਨਾ ਆ ਸੱਜਣਾ। ਮਰਨ ਤੋਂ ਬਾਅਦ ਕਿਸੇ ਨੇ ਨਹੀਂ ਪਰਮਾਤਮਾ ਦੇਖਿਆ। ਜਿਹੜੇ ਲੋਕ ਕਹਿੰਦੇ ਨੇ ਮੇਰੇ, ਮੈਂ ਮਾਈਂਡ ਨਾ ਕਰੋ, ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਦਾ, ਜਿਹੜੇ ਕਹਿੰਦੇ ਨੇ ਅਸੀਂ ਸ਼ਰਾਧ ਕਰ ਦਿੰਦੇ ਆ, ਉਹ ਕਰਦੇ ਨੇ, ਤੁਹਾਨੂੰ ਕੋਈ ਪੰਡਤ ਜੀ ਆ ਕੇ ਉੱਥੇ ਜਾ ਕੇ ਦੇ ਕੇ ਆਉਂਦੇ ਨੇ। ਜਿਉਂਦੇ ਜੀ ਦਾ ਅਸੀਂ ਮਾਂ-ਬਾਪ ਦੀ ਸੇਵਾ ਨਹੀਂ ਕਰਦੇ, ਬਾਅਦ ਵਿੱਚ ਮਰਿਆਂ ਦੇ ਅਸੀਂ ਪੰਡਤਾਂ ਨੂੰ ਜਾ ਕੇ ਮੱਥੇ ਟੇਕਦੇ ਆ ਤੇ ਉਹਨਾਂ ਨੂੰ ਕਹਿੰਦੇ ਵੀ ਬਿਸਤਰਾ, ਉੱਥੇ ਜਿਹੜਾ ਪਰਮਾਤਮਾ ਲੈ ਕੇ ਗਿਆ ਉਹਨੂੰ ਬਿਸਤਰਾ ਨਹੀਂ ਦੇਊਗਾ, ਉਹਨੂੰ ਰੋਟੀ ਨਹੀਂ ਦੇਊਗਾ, ਉੱਥੇ ਅਸੀਂ ਕੀ ਪਹੁੰਚਾ ਸਕਦੇ ਉਹਨੂੰ? ਉਹ ਪੰਡਿਤ ਜੀ ਨੂੰ ਖਿਲਾਈਏ ਨੇ, ਕਿਉਂਕਿ ਇਹ ਸਾਡੀ ਰਿਚੁਅਲਸ ਬਣੀਆਂ, ਅਸੀਂ ਰਿਚੁਅਲ ਦੇ ਮਗਰ ਲੱਗੇ ਆ। ਕੋਈ ਬੰਦਾ ਸੁਣਨ ਨੂੰ ਤਿਆਰ ਹੀ ਨਹੀਂ। ਨਾਮਦੇਵ ਜੀ ਨੇ ਇੱਕ ਬੜਾ ਸਿੰਪਲ ਫਾਰਮੂਲਾ ਦਿੱਤਾ ਸੀ ਪਰਮਾਤਮਾ ਦੇ ਬਾਰੇ, ਨਾਓ ਐਂਡ ਨੈਵਰ। ਜੇ ਪਰਮਾਤਮਾ ਮਿਲਣਾ ਨਾਓ, ਹੁਣ ਨਹੀਂ ਮਿਲਣਾ ਨਹੀਂ। ਹੁਣ ਦਾ ਮਤਲਬ ਕੀ ਹੈ ਕਿ ਜਿੰਨਾ ਚਿਰ ਸਾਡੇ ਸਾਹ ਚੱਲਦੇ ਨੇ, ਜਿੰਨਾ ਚਿਰ ਸਾਡੀ ਜ਼ਿੰਦਗੀ ਹੈ, ਜ਼ਿੰਦਗੀ ਦੇ ਚੱਲਦੇ ਚੱਲਦੇ ਤੁਹਾਨੂੰ ਪਰਮਾਤਮਾ ਦੇ ਦਰਸ਼ਨ ਹੋਣਗੇ, ਪਰਮਾਤਮਾ ਨਾਲ ਮਿਲਾਪ ਕਰੋਗੇ। ਗੁਰੂ ਨਾਨਕ ਸਾਹਿਬ, ਫਰੀਦ ਸਾਹਿਬ, ਬੁੱਲੇ ਸ਼ਾਹ, ਜੀਸਸ ਕ੍ਰਾਈਸਟ, ਜੋ ਵੀ ਪੂਰੇ ਪੂਰਨ ਮਹਾਂਪੁਰਸ਼ ਹੋਏ ਨੇ, ਉਹ ਜਿਉਂਦੇ ਜੀ ਪਰਮਾਤਮਾ ਨਾਲ ਮਿਲੇ ਨੇ, ਮਰਨ ਤੋਂ ਬਾਅਦ ਨਹੀਂ ਹੈ। ਸੋ ਇੱਕ ਫਾਰਮੂਲਾ ਹੈ। ਇਹੀ ਕਰਕੇ ਨਾਮਦੇਵ ਨੇ ਕਿਹਾ ਸੀ ਨਾ, ਇਫ ਯੂ ਗੈਟ ਸਾਲਵੇਸ਼ਨ ਆਫਟਰ ਡੈਥ, ਨੋਬਡੀ ਨੋਸ ਵਟ ਹੈਜ਼ ਹੈਪਨ। ਕਹਿੰਦਾ ਇਫ ਯੂ ਗੈਟ ਸਾਲਵੇਸ਼ਨ ਆਫਟਰ ਡੈਥ, ਜਿਹੜੇ ਬੰਦੇ ਕਹਿੰਦੇ ਨੇ ਮਰਨ ਤੋਂ ਬਾਅਦ ਮੁਕਤੀ ਹੋ ਜਾਏਗੀ, ਨੋਬਡੀ ਨੋ ਵਟ ਹੈਜ਼ ਹੈਪਨ। ਕੋਈ ਦੱਸਦਾ ਕਿ ਵੀ ਮੈਨੂੰ ਬਾਕੀ ਮੁਕਤੀ ਮਿਲ ਗਈ, ਮੈਂ ਇੱਥੇ ਬੈਠਾ ਜਾਂ ਉੱਥੇ ਬੈਠਾ? ਕਿਸੇ ਨੂੰ ਨਹੀਂ ਦੱਸਿਆ, ਕੋਈ ਆ ਕੇ ਸੁਨੇਹਾ ਨਹੀਂ ਦਿੰਦਾ। ਸੋ ਇਸ ਕਰਕੇ ਜੇ ਸੁਨੇਹੇ ਲੈਣਾ, ਉਹ ਜਿਉਂਦੇ ਜੀ ਜਿੰਨਾ ਚਿਰ ਸਾਡੇ ਸਾਹ ਨੇ, ਉਦੋਂ ਤੱਕ ਹੀ ਪਰਮਾਤਮਾ ਨਾਲ ਤੁਸੀਂ ਮਿਲਾਪ ਕਰੋਗੇ। ਜਦੋਂ ਬੰਦੇ ਮਰ ਜਾਂਦੇ ਨੇ ਸਾਡੇ, ਉੱਥੇ ਬਾਣੀ ਪੜ੍ਹੇ ਦਾ, ਕਬੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਇਹਦੀ ਅਰਥ ਤੁਸੀਂ ਸਮਝੋ ਦੋ ਵਾਰੀ ਧਿਆਨ ਨਾਲ। ਲੋਕ ਇਹ ਕਹਿੰਦੇ ਨੇ ਮਰਨ ਤੋਂ ਬਾਅਦ, ਕਹਿੰਦੇ ਨੇ ਵੀ ਮੈਨੂੰ ਹੁਣ ਪਰਮਾਨੰਦ ਮਿਲ ਗਿਆ ਮਰਨ ਤੋਂ ਬਾਅਦ। ਨਾ, ਬਿਲਕੁਲ ਗਲਤ ਗੱਲ ਹੈ। ਧਿਆਨ ਨਾਲ ਪੜੋ। ਕਬੀਰ ਸਾਹਿਬ ਕਹਿੰਦੇ, ਕਬੀਰ ਜਿਸ ਮਰਨੇ ਤੇ ਜਗ ਡਰੇ, ਸਾਰਾ ਜਗ ਡਰਦਾ ਮੇਰੀ, ਕਈ ਆਂਦੇ ਨੇ ਮੇਰੀ ਮੌਤ ਆ ਜੇ, ਜੋ ਕਹਿੰਦਾ ਲਿਆ ਤੈਨੂੰ ਤੇਰੀ ਗਰਦਨ ਜੀ ਮਰੋੜ ਹੈ, ਕੋਈ ਨਹੀਂ ਮਰਨ ਨੂੰ ਤਿਆਰ। ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ। ਜਿਹੜੇ ਜਿਉਂਦੇ ਜੀ ਅਸੀਂ ਡਰਦੇ ਆ ਨਾ, ਮੌਤ ਨਾ ਆ ਜੇ, ਮੌਤ ਨਾ ਆ ਜੇ, ਮੌਤ ਨਾ ਆ ਜੇ, ਕਹਿੰਦਾ ਮੇਰੇ ਮਨ ਆਨੰਦ। ਕਿਉਂ? ਕਿਉਂਕਿ ਮੈਂ ਮਰਨਾ ਸਿੱਖ ਲਿਆ, ਜਿਉਂਦੇ ਜੀ ਜਿੰਨਾ ਚਿਰ ਮੇਰੇ ਸਾਹ ਨੇ। ਜੀ ਕਬੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ। ਜਿੱਥੋਂ ਲੋਕ ਡਰਦੇ ਨੇ ਮੇਰੀ ਮੌਤ ਨਾ ਆਵੇ, ਮੇਰੀ ਮੌਤ ਨਾ ਆਵੇ, ਮੇਰੇ ਮਨ ਆਨੰਦ, ਮੈਨੂੰ ਉਹ ਆਨੰਦ ਆ ਰਿਹਾ, ਕਿਉਂਕਿ ਮੈਂ ਮਰਨ ਦਾ ਤਰੀਕਾ ਸਿੱਖ ਲਿਆ, ਮੈਂ ਪਰਮਾਤਮਾ ਨਾਲ ਮਿਲਾਪ ਕਰਨਾ ਸਿੱਖ ਲਿਆ। ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਫਿਰ ਜਦੋਂ ਅਸੀਂ ਮਰਾਂਗੇ, ਉਦੋਂ ਸਾਨੂੰ ਪੂਰਨ ਆਨੰਦ ਆਉਂਦਾ। ਮਰੋਗੇ ਜਦੋਂ ਤੁਸੀਂ ਆਪਣੀਆਂ ਰੂਹ ਨੂੰ ਕੱਢ ਕੇ ਅੱਖਾਂ ਤੋਂ ਉੱਪਰ ਲੈ ਜਾਂਦੇ ਹੋ, ਸਾਹ ਤੁਹਾਡੇ ਚੱਲਦੇ ਰਹਿੰਦੇ ਨੇ, ਫਿਰ ਤੁਹਾਨੂੰ ਆਨੰਦ ਆਉਂਦਾ। ਤੇ ਉਦੋਂ ਵੀ ਆਨੰਦ ਆਉਂਦਾ, ਫਿਰ ਵਕਤ ਆਨੰਦ 'ਚ ਹੀ ਰਹਿੰਦੇ ਹੋ, ਪਰਮ ਆਨੰਦ 'ਚ ਰਹਿੰਦੇ ਹੋ। ਤੇ ਮੌਤ ਵੀ ਹੁੰਦੀ ਹੈ ਤਾਂ ਵੀ ਪਰਮ ਆਨੰਦ 'ਚ ਹੁੰਦੇ ਹੋ। ਪਰ ਜੇ ਮਿਹਨਤ ਦਿਨੇ ਕੀਤੀ ਨਹੀਂ, ਕਦੇ ਅੱਜ ਤੱਕ ਇਹ ਹੋਇਆ ਵੀ ਤੁਹਾਡੇ ਬੱਚੇ ਜੰਮਣੇ ਹੋਣ, ਤੁਹਾਡਾ ਜਿਹੜਾ ਪੁਰਾਣਾ ਪਿਛਲੇ ਜਨਮ 'ਚ ਹਸਬੈਂਡ ਸੀ, ਉਹ ਤੁਹਾਡੇ ਆ ਕੇ ਬੱਚੇ ਜੰਮ ਦੂ, ਟੀਚਰ ਕਦੇ ਤੁਹਾਨੂੰ ਆ ਕੇ ਪੜ੍ਹਾ ਦੂ, ਡਾਕਟਰ ਮਰਿਆ ਹੋਵੇ ਕੋਈ ਤੁਹਾਨੂੰ ਸਿਖਾ ਦੂ, ਜੱਜ ਕੋਈ ਫੈਸਲਾ ਦੇ ਦੂ। ਇਹ ਤਾਂ ਜਿਉਂਦੇ ਜੀ ਦਾ ਸੌਦਾ ਸਾਰਾ। ਇਸੇ ਕਰਕੇ ਤਾਂ ਨਾਮਦੇਵ ਨੇ ਕਹਿੰਦੇ ਨਾਓ ਐਂਡ ਨੈਵਰ। ਸੋ ਕੁਰਾਨ ਸ਼ਰੀਫ ਦੇ ਵਿੱਚ ਵੀ ਇਹ ਲਿਖਿਆ ਹੋਇਆ ਹੈ, ਮੂਤੂ ਕਲਵੰਤ ਮੂਤੂ,
ਮੁਤੂ ਕਬਲੰਤ ਮੁਤੂ, ਇਹਦਾ ਮਤਲਬ ਹੈ ਵੀ ਮਰਨਾ ਹੈ ਤਾਂ ਮੌਤ ਤੋਂ ਪਹਿਲਾਂ ਮਰੋ। ਪਰ ਇਹਦਾ ਮਤਲਬ ਇਹ ਨਹੀਂ ਵੀ ਸੁਈਸਾਈਡ ਕੋਈ ਐਵੇਂ ਨਾ ਸੋਚ ਰਹੀ ਹੈ ਵੀ ਚਲੋ ਕਰਦੇ, ਤੇ ਉਹਨਾਂ ਨੇ ਕਿਹਾ ਸੀ ਵੀ ਚਲੋ ਸੁਈਸਾਈਡ ਨਹੀਂ ਹੈ ਕੁਝ ਵੀ ਕਰਨਾ। ਆਪਣੇ ਖਿਆਲ ਨੂੰ ਅੰਦਰੋਂ ਸੁਰਤ ਨੂੰ ਤੀਜੇ ਦਿਲ ਤੇ ਲੈ ਕੇ ਆਉਣਾ, ਥਰਡ ਆਈ ਤੇ ਲੈ ਕੇ ਆਉਣਾ, ਜਿੱਥੇ ਬਾਂਗੇ ਸਮਾਨੀ, ਜਿੱਥੇ ਆਪਾਂ ਕਹਿੰਦੇ ਨਾ ਜਦੋਂ ਆਪਾਂ ਕੀ ਨਾਮ ਮੱਕੇ ਜਾਂਦੇ ਆ, ਉੱਥੇ ਮਸਜਿਦ ਦੇ ਬਾਹਰ ਇੱਕ ਚਬੂਤਰ ਹੈ, ਉੱਥੇ ਮੌਲਵੀ ਖੜ ਕੇ ਉੱਚੀ ਉੱਚੀ ਬਾਂਗ ਦਿੰਦਾ ਹੈ। ਉਹ ਜਿਹੜੀ ਬਾਂਗ ਆ ਸਾਨੂੰ ਸੁਣਨ ਨਾਲ ਨਹੀਂ ਹੁੰਦੀ, ਬਾਂਗ ਜਿਹੜੀ ਹੈ ਸਾਡੇ ਅੰਦਰ ਆਉਂਦੀ ਹੈ। ਕੁਦਰਤੀ ਕਾਬੇ ਕੀ ਤੂ ਮਹਿਰਾਬ ਸੇ ਸੁਣ ਗੌਰ ਸੇ, ਆ ਰਹੀ ਧੁਰ ਸੇ ਸਦਾ ਤੇਰੇ ਬੁਲਾਣੇ ਕੇ लिए। ਉਹ ਜਿਹੜੀ ਮਹਿਰਾਬ ਹੈ, ਜਿਹੜੀ ਧੁਨ ਹੈ, ਉਹ ਸਾਡੇ ਅੰਦਰ ਹੈ। ਜਦੋਂ ਤੁਸੀਂ ਅੰਦਰੋਂ ਸੁਣੋਗੇ ਨਾ, ਉਹ ਅਸਲੀ ਮੁਕਤੀ ਹੈ, ਉਹ ਅਸਲੀ ਹੱਜ ਹੈ। ਕਬੀਰ ਮਰਤਾ ਮਰਤਾ ਜਗ ਮੁਗਾ, ਮਰ ਨਾ ਜਾਣੇ ਕੋਈ। ਸਾਰੀ ਦੁਨੀਆ ਮਰੀ ਜਾਂਦੀ ਹੈ, ਮਰੀ ਜਾਂਦੀ ਹੈ, ਰੋਜ਼ ਹੀ ਮਰੀ ਜਾਂਦੀ ਹੈ। ਕਬੀਰ ਮਰਤਾ ਮਰਤਾ ਜਗ ਮੁਗਾ, ਮਰ ਨਾ ਜਾਣੇ। ਪਰ ਇਹ ਨਹੀਂ ਪਤਾ ਮੌਤ ਅਸਲੀ ਕਹਿੰਦੇ ਕਿਹਨੂੰ ਨੇ। ਐਸੀ ਮਰਨੀ ਜੋ ਮਰੇ ਬਹੁਰ ਜਨਮ ਨਾ ਹੋਏ। ਜਿਹੜਾ ਬੰਦਾ ਅੰਦਰੋਂ ਰੂਹ ਨੂੰ ਕੱਢ ਕੇ ਪ੍ਰਮਾਤਮਾ ਨਾਲ ਮਿਲਾ ਲੈਂਦਾ, ਫੇਰ ਵਾਪਸ ਆ ਜਾਂਦਾ ਹੋਵੇ, ਉਹੀ ਜਿਹੜੀ ਮਰਨੀ ਆ ਉਹ ਮੁੜ ਮੁੜ ਕੇ ਨਹੀਂ ਆਉਂਦਾ, ਫਿਰ ਕਿਉਂਕਿ ਉਹਦਾ ਪ੍ਰਮਾਤਮਾ ਨਾਲ ਮਿਲਾਪ ਹੋ ਜਾਂਦਾ। ਜਿਸ ਤਰ੍ਹਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਮੈਂ ਤੋਤੇ ਦੀ ਦਿੰਦਾ, ਕਿਉਂਕਿ ਛੇਤੀ ਛੇਤੀ ਆਪਾਂ ਕੰਮ ਖਤਮ ਕਰਨਾ। ਤੋਤੇ ਜੰਗਲ ਦੇ ਵਿੱਚ ਸੀਗਾ, ਕੋਈ ਵਪਾਰੀ ਗਿਆ ਜੰਗਲ ਵਿੱਚ ਹੀ ਨਿਕਲਿਆ, ਉਹਨੇ ਜਾ ਕੇ ਇੱਕ ਤੋਤਾ ਫੜ ਲਿਆ, ਸੋਹਣਾ ਜਿਹਾ ਤੋਤਾ ਫੜ ਲਿਆ। ਫੜ ਕੇ ਆ ਕੇ ਜਦੋਂ ਵਾਪਸ ਆਪਣੇ ਸ਼ਹਿਰ 'ਚ ਆਇਆ, ਤੋਤੇ ਨੂੰ ਪਿੰਜਰੇ 'ਚ ਬੰਦ ਕਰਤਾ, ਉਹਨੂੰ ਚੂਰੀ ਖਿਲਾਇਆ ਕਰੇ, ਪਾਣੀ ਦਿਆ ਕਰੇ। ਤੋਤਾ ਵੀ ਸਿੱਖ ਗਿਆ, ਬੋਲੀਆਂ ਕਰਨ ਲੱਗ, ਗੁੱਡ ਮਾਰਨਿੰਗ ਗੁੱਡ ਈਵਨਿੰਗ, ਜਿਵੇਂ ਤੋਤਾ ਹੈ। ਤੇ ਸਾਲ ਕੁ ਬਾਅਦ ਉਹ ਵਾਪਸ ਵਪਾਰ ਕਰਨ ਫੇਰ ਗਿਆ, ਤੇ ਉਹਨੇ ਸਮਝਾਉਣ ਲਈ ਬਣਾਈ ਹੈ ਸਟੋਰੀ। ਸੋ ਤੋਤੇ ਨੂੰ ਕਿਹਾ ਵੀ ਤੇਰੇ ਉੱਥੇ ਮੈਂ ਜੰਗਲ ਵਿੱਚ ਦੀ ਨਿਕਲ ਕੇ ਫੇਰ ਜਾਣਾ, ਕੋਈ ਜਿਹੜੇ ਤੇਰੇ ਦੋਸਤ ਨੇ, ਫਰੈਂਡ ਨੇ, ਉਹਨਾਂ ਨੂੰ ਕੋਈ ਸੁਨੇਹਾ ਦੇਣਾ। ਤੋਤਾ ਕਹਿੰਦਾ ਹਾਂ, ਜਿਹੜੇ ਮੇਰੇ ਉੱਥੇ ਫਰੈਂਡ ਰਹਿੰਦੇ ਨੇ, ਦੋਸਤ ਰਹਿੰਦੇ ਨੇ, ਉਹਨਾਂ ਨੂੰ ਕਹੀਂ ਵੀ ਮੈਂ ਉੱਥੇ ਬੜਾ ਖੁਸ਼ਹਾਲ ਹਾਂ, ਮੈਨੂੰ ਚੂਰੀ ਮਿਲਦੀ ਹੈ, ਪਾਣੀ ਮਿਲਦਾ ਹੈ, ਪਰ ਮੈਂ ਪਿੰਜਰੇ 'ਚ ਬੰਦ ਹਾਂ, ਮੈਂ ਬਹੁਤ ਖੁਸ਼ ਹਾਂ, ਮਾਲਕ ਮੇਰੀ ਬਹੁਤ ਸੇਵਾ ਕਰਦਾ, ਇਹ ਜਾ ਕੇ ਸੁਨੇਹਾ ਦੇਈ। ਉਹ ਕਹਿੰਦਾ ਠੀਕ ਹੈ। ਉਹ ਵਪਾਰੀ ਜਦੋਂ ਮੁੜ ਕੇ ਆਇਆ, ਤੋਤੇ ਮਿਲੇ, ਤੇ ਤੋਤੇ ਨੂੰ ਕਹਿੰਦਾ ਵੀ ਮੈਂ ਤੁਹਾਡੇ ਤੋਤੇ ਦਾ ਸੁਨੇਹਾ ਲੈ ਕੇ ਆਇਆ। ਸਾਰੇ ਤੋਤੇ ਬੈਠੇ ਸੁਣ ਲੱਗੇ, ਸਿੰਬੋਲਿਕਲੀ ਗੱਲ ਕਰ ਰਹੇ ਆ। ਤੇ ਉਹ ਕਹਿੰਦੇ ਵੀ ਉਹ ਤੁਹਾਡਾ ਤੋਤਾ ਜਿਹੜਾ ਮੈਂ ਪਿਛਲੇ ਸਾਲ ਫੜ ਕੇ ਲੈ ਗਿਆ ਸੀਗਾ, ਉਹ ਪਿੰਜਰੇ 'ਚ ਮੈਂ ਉਹਨੂੰ ਰੱਖਿਆ ਹੋਇਆ, ਉਹਨੂੰ ਮੈਂ ਚੂਰੀ ਦੇ, ਉਹ ਕਹਿੰਦਾ ਮੈਨੂੰ ਚੂਰੀ ਵੀ ਮਿਲਦੀ ਹੈ, ਟਾਈਮ ਤੇ ਪਾਣੀ ਵੀ ਮਿਲਦਾ, ਏਅਰ ਕੰਡੀਸ਼ਨ ਵੀ ਲੱਗਿਆ, ਸਭ ਕੁਝ ਲੱਗਿਆ ਹੋਇਆ, ਪਰ ਮੈਂ ਪਿੰਜਰੇ 'ਚ ਬੰਦ ਹਾਂ। ਜਦੋਂ ਉਹਨੇ ਤੋਤੇ ਨੇ ਕਿਹਾ ਵੀ ਉੱਥੋਂ ਵੀ ਸੁਨੇਹਾ ਲੈ ਕੇ ਆਈ ਕੋਈ ਮੇਰਾ, ਉਹਨਾਂ ਤੋਤਿਆਂ ਤੋਂ ਮੇਰਾ ਵੀ ਸੁਨੇਹਾ ਦੇਈ, ਮੇਰਾ ਵੀ ਸੁਨੇਹਾ ਲੈ ਕੇ ਆਈ। ਕਹਿੰਦਾ ਮੈਂ ਤੁਹਾਨੂੰ ਉਹਦਾ ਸੁਨੇਹਾ ਦੇਤਾ, ਹੁਣ ਤੁਸੀਂ ਕੋਈ ਸੁਨੇਹਾ ਦੇਣਾ ਹੈ। ਉਹ ਤੋਤੇ ਨੇ ਕਿਹਾ ਸੀ ਮੈਂ ਤੁਹਾਡਾ ਸੁਨੇਹਾ ਦੇਣਾ ਚਾਹੁੰਦਾ। ਤੇ ਕਹਿੰਦੇ ਇੱਕ ਦਰਖਤ ਦੇ ਉੱਪਰ ਕੋਈ ਬਜ਼ੁਰਗ ਤੋਤਾ ਸੀ, ਉਹ ਪਟਕ ਦੇ ਥੱਲੇ ਡਿੱਗ ਪਿਆ। ਜਦੋਂ ਥੱਲੇ ਡਿੱਗ ਪਿਆ, ਉਹ ਆ ਗਿਆ ਵਪਾਰੀ ਵੀ ਇਹ ਤਾਂ ਬਹੁਤ ਮਾੜੀ ਗੱਲ ਹੋ ਗਈ, ਵਿਚਾਰੇ ਤੋਂ ਬਜ਼ੁਰਗ ਸੀ, ਮਰ ਗਿਆ। ਤੇ ਜਦੋਂ ਆ ਕੇ ਤੋਤੇ ਨੇ ਕਿਹਾ ਮੇਰਾ ਸੁਨੇਹਾ ਲਿਆਇਆ, ਉਹ ਕਹਿੰਦਾ ਹਾਂ। ਕਹਿੰਦਾ ਮੈਂ ਤੇਰਾ ਸੁਨੇਹਾ ਦਿੱਤਾ ਸੀ, ਜਦੋਂ ਮੈਂ ਤੇਰਾ ਸੁਨੇਹਾ ਉਹਨਾਂ ਨੂੰ ਦਿੱਤਾ, ਇੱਕ ਬਜ਼ੁਰਗ ਤੋਤਾ ਸੀਗਾ, ਉਹ ਦਰਖਤ ਤੋਂ ਪਟਕ ਦੇ ਥੱਲੇ ਡਿੱਗ ਪਿਆ। ਕਹਿੰਦਾ ਬਹੁਤ ਅਫਸੋਸ ਹੋਇਆ ਮੈਨੂੰ। ਜਦੋਂ ਉਹਨੇ ਇਹ ਗੱਲ ਕਹੀ, ਤੋਤਾ ਵੀ ਥੱਲੇ ਡਿੱਗ ਪਿਆ। ਉਹਨੇ ਕਿਹਾ ਲੈ ਉਹ ਮਾਰੇ ਗਏ, ਆ ਵੀ ਤੋਤਾ ਮਰ ਗਿਆ। ਗੱਲ ਸੁਣ ਕੇ ਉਹਨੇ ਕਿਹਾ ਵੀ ਜੋ ਮਰ ਗਿਆ, ਉਹਨੇ ਪਿੰਜਰਾ ਖੋਲਿਆ, ਤੋਤਾ ਉੱਡ ਗਿਆ। ਕਹਿੰਦਾ ਬਸ ਆਹੀ ਗੱਲ ਸੀ, ਉਹ ਜੇ ਮੈਂ ਆਜ਼ਾਦੀ ਚਾਹੁੰਦਾ ਤਾਂ ਜਿਉਂਦੇ ਜੀ ਮਰਨਾ ਪਊਗਾ, ਮਰਿਆ ਨਹੀਂ ਸੀਗਾ। ਉਹ ਬਜ਼ੁਰਗ ਨੇ ਇੱਕ ਇਸ਼ਾਰਾ ਕਰਤਾ ਵੀ ਜੇ ਤੂੰ ਆਜ਼ਾਦ ਹੋਣਾ ਚਾਹੁੰਦਾ ਇਸ ਸਰੀਰ ਤੋਂ, ਤੇ ਆਜ਼ਾਦੀ ਚਾਹੁੰਦਾ ਤਾਂ ਆਜ਼ਾਦੀ ਇਸੇ ਕਰਕੇ ਮਿਲੂ ਜਦੋਂ ਤੂੰ ਜਿਉਂਦੇ ਜੀ ਮਰੇਗਾ। ਸੋ ਇਹੀ ਸਾਡਾ ਢੰਗ ਹੈ ਵੀ ਜਿੰਨਾ ਚਿਰ ਤੱਕ ਅਸੀਂ ਜਿਉਂਦੇ ਜੀ ਨਹੀਂ ਮਰਦੇ, ਉਹਨਾਂ ਚਿਰ ਤੱਕ ਅਸੀਂ ਪਰਮਾਤਮਾ ਨਾਲ ਵਿਸਾਲ ਨਹੀਂ ਕਰ ਸਕਦੇ। ਮੈਂ ਸੋ ਇਹ ਬੇਸਿਕਲੀ ਗੱਲਾਂ, ਪਰਮਾਤਮਾ ਦੀਆਂ ਗੱਲਾਂ, ਬਹੁਤ ਸਾਰੇ ਜਿਹੜੇ ਟੌਪਿਕ ਨੇ ਰਹਿ ਗਏ ਹੋਣਗੇ, ਤਾਂ ਕਈ ਦਿਨ ਚੱਲਦੇ, 2 ਮਿੰਟ ਰਹਿ ਗਏ। ਸੋ ਇਸ ਕਰਕੇ ਜੇ ਪਰਮਾਤਮਾ ਨਾਲ ਮਿਲਾਪ ਕਰਨਾ, 5-4 ਚੀਜ਼ਾਂ ਆਪਣੇ ਦਿਲ ਚੋਂ ਕੱਢ ਦਿਓ। ਇੱਕ, ਸਿਰਕ ਨਾ ਕਰੋ। ਮੈਂ ਅੱਗੇ ਕਿਹਾ ਸੀ ਸਿਰਕ ਦਾ ਮਤਲਬ ਵੀ ਇੱਕ ਚੀਜ਼ ਤੇ ਵਿਸ਼ਵਾਸ ਰੱਖੋ, 100% ਵਿਸ਼ਵਾਸ ਰੱਖੋ। ਇਹ ਨਹੀਂ ਜੇ ਗੁਰਦੁਆਰੇ 'ਚ ਤੇ ਮੰਦਿਰ 'ਚ ਜਾਓ, ਮੰਦਿਰ 'ਚ ਜਾਓ, ਉੱਥੇ ਸਾਰੇ ਥਾਂ ਤੇ ਵਧਾਈਆਂ ਕਰੀ ਜਾਂਦੇ, ਟੂਣੇ ਵੀ ਕਰੀ ਜਾਂਦੇ, ਜੋਤਸ਼ੀਆਂ ਕੋਲੇ ਵੀ ਜਾਂਦੇ, ਉਹ ਕਰੀ ਨਾ, ਫਿਰ ਉਹਦੇ ਨਾਲ ਕੁਝ ਨਹੀਂ ਬਣਦਾ। ਇੱਕ ਚੀਜ਼ ਤੇ ਯਕੀਨ ਕਰੋ, ਉਹਦੇ ਨਾਲ ਫਿਰ ਮਿਹਨਤ ਕਰੋ। ਦੂਜੀ, ਕੀਮਤ, ਹਰ ਬੰਦੇ ਕ੍ਰਿਟੀਸਾਈਜ਼ ਨਾ ਕਰੋ, ਨੈਗੇਟਿਵ ਐਟੀਟਿਊਡ ਨਾਲ ਰੱਖੋ। ਬੁੱਗਸ, ਆਪਣੇ ਆਪ ਨੂੰ ਬੜਾ ਸਿਆਣਾ ਨਾ ਸਮਝੋ, ਦੂਜੇ ਦੀ ਵੀ ਰਾਏ ਸੁਣੋ। ਫਿਰ ਪ੍ਰੈਸਟੀਜ ਇਸ਼ੂ ਵੀ ਨਾ ਬਣਾਓ ਕਿ ਜੋ ਕੁਝ ਮੈਂ ਕਹਿੰਦਾ ਉਹੀ ਠੀਕ ਹੈ। ਸੋ ਇਹ ਜਿਹੀਆਂ ਜਿਹੜੀਆਂ ਬੇਸਿਕਲੀ ਇਹ 5 ਚੀਜ਼ਾਂ ਵੀ ਇਹਨੂੰ ਕਹਿੰਦੇ ਨੇ ਹਉਮੈ ਹੈ। ਜਦੋਂ ਅਸੀਂ ਹਉਮੈ ਨੂੰ ਤਿਆਗ ਦਿੰਦੇ ਹਾਂ, ਤੇ ਫਿਰ ਸਾਡਾ ਭਾਂਡਾ ਖਾਲੀ ਹੋ ਜਾਂਦਾ। ਉਧਰ ਅਟੈਚਮੈਂਟ ਹੁੰਦੀ ਹੈ, ਜਿਵੇਂ ਬੁੱਲੇ ਸ਼ਾਹ ਨੇ ਕਹਿੰਦੇ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰੋਂ ਲਾਉਣਾ। ਜਿਹੜੀ ਦੁਨੀਆ ਦੇ ਵਿੱਚ ਸਾਡੀ ਅਟੈਚਮੈਂਟ ਹੈ, ਉਹਨੂੰ ਘਟਾ ਦਿਓ, ਤੇ ਦੂਜੇ ਪਾਸੇ ਪਰਮਾਤਮਾ ਨਾਲ ਅਟੈਚ ਹੋਣ ਦੀ ਕਰੋ। ਇੱਧਰੋਂ ਡਿਟੈਚ ਹੋ ਜਾਓ, ਦੁਨੀਆ ਕਰਨੀ ਹੋ, ਉੱਧਰੋਂ ਅਟੈਚ ਹੋ ਜਾਓ। ਹੌਲੀ ਹੌਲੀ ਜਦੋਂ ਤੁਸੀਂ 2 ਘੰਟੇ, ਘੰਟਾ, 2 ਘੰਟੇ, 2.5 ਘੰਟੇ ਕਮਰੇ 'ਚੋਂ ਨਿਕਲਦੇ ਨਹੀਂ, ਹੌਲੀ ਹੌਲੀ ਤੁਹਾਨੂੰ ਆਨੰਦ ਆਉਣ ਲੱਗ ਜਾਊਗਾ। ਨਹੀਂ ਤਾਂ ਫਿਕਰ ਪਿਆ ਰਹਿੰਦਾ, ਕੌਣ ਬੈਠਦਾ, ਕੱਲ ਨੂੰ ਕਰ ਲਾਂਗੇ, ਪਰਸੋਂ ਕਰ ਲਾਂਗੇ ਪਾਠ, ਆਹ ਮੁੰਡੇ ਨੂੰ ਵਿਆਹ ਕਰ ਦਈਏ, ਮੁੰਡੇ ਦੇ ਅੱਗੇ ਨਿਆਣੇ ਹੋ ਜਾਣ, ਨਿਆਣੇ ਹੋ ਗਏ, ਉਹਨਾਂ ਨੂੰ ਸਕੂਲ ਛੱਡੇ, ਸਕੂਲ ਸਾਡੇ ਗੋਡੇ ਦੁਖਦੇ ਨੇ, ਹੁਣ ਮੈਂ ਪਾਠ ਕਿੱਥੋਂ ਕਰਾਂ, ਟਾਈਮ ਹੀ ਨਹੀਂ ਮਿਲਦਾ। ਚੱਲ ਤੈਨੂੰ ਟਾਈਮ ਨਹੀਂ ਮਿਲਦਾ, ਚੱਲ ਹੋਰ ਡੱਬੇ 'ਚ ਬੰਦ, ਫਿਰ ਤੂੰ ਟਾਈਮ ਹੀ ਟਾਈਮ ਹੈ, ਫਿਰ ਤੂੰ ਛਿੱਤਰ ਖਾਓ ਜਾ ਕੇ ਧਰਮਰਾਜ ਦੇ।
ਸੋ ਇਸ ਕਰਕੇ ਟਾਈਮ ਤਾਂ ਆਪਾਂ ਕੱਢਣਾ ਹੈ। ਸੋ ਮੇਰੇ ਖਿਆਲ ਟਾਈਮ ਹੁਣ ਸਮਾਪਤੀ ਦੀ ਵੱਲ ਹੈ। ਸੋ ਮੇਰੇ ਖਿਆਲ ਲਾਸਟ ਗਾਣਾ ਸੁਣ ਲਈਏ, ਤੇ ਮੈਂ ਵੀ ਕੰਟੀਨਿਊਸਲੀ ਬੋਲ ਕੇ ਥੱਕ ਗਿਆ। ਸੌਰੀ ਫॉर दैट ਜੇ ਕੋਈ ਗਲਤ ਕਹੀ ਹੋਏ। ਨੈਕਸਟ ਵੀਕ ਆਪਾਂ ਮਾਈਂਡ ਦੇ ਉੱਤੇ ਗੱਲ ਕਰਾਂਗੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇ ਮੈਨੂੰ ਦਿਓ ਆ ਗਿਆ। ਥੈਂਕ ਯੂ ਵੈਰੀ ਮਚ।